हाँ जी बेटा, गेटवे टू इंग्लिश चैनल ਤੇ ਤੁਹਾਡਾ ਇੱਕ ਵਾਰ ਫਿਰ ਹਾਰਦਿਕ ਸਵਾਗਤ ਹੈ। ਮੈਂ ਹਾਂ ਰਜਿੰਦਰ ਕੁਮਾਰ ਤੇ ਅੱਜ ਆਪਾਂ ਬੇਟਾ ਕਰਾਂਗੇ ਮਾਈ ਇੰਗਲਿਸ਼ ਵਰਕਬੁੱਕ ਕਲਾਸ 8th। ਠੀਕ ਹੈ, ਵਰਕਬੁੱਕ ਹੈ ਆਪਣੀ ਇਸ ਸੈਸ਼ਨ ਦੀ 2021-22 ਸੈਸ਼ਨ ਦੀ ਵਰਕਬੁੱਕ ਹੈ ਇਹ। ਠੀਕ ਹੈ, ਇਹ ਆਪਾਂ ਨੇ ਜੋ ਹੈ ਅੱਜ ਬੇਟਾ ਕਰਨੀ ਹੈਗੀ ਹੈ ਡਿਸਕਸ ਇਸ ਵੀਡੀਓ ਦੇ ਵਿੱਚ। ठीक है, 2021-22 ਦੀ ਤੇ ਇੱਕ ਵੀਡੀਓ ਪਹਿਲਾਂ ਅਪਲੋਡ ਹੋ ਚੁੱਕੀ ਹੈ ਬੇਟਾ, ਪਾਰਟ 1 ਇਸ ਦਾ। ਇਸ ਵੀਡੀਓ ਦੇ ਵਿੱਚ ਆਪਾਂ ਲੈਸਨ ਨੰਬਰ 4 ਤੋਂ 6 ਤੱਕ ਡਿਸਕਸ ਕਰਾਂਗੇ। ਠੀਕ ਹੈ, ਪਹਿਲੇ 3 ਲੈਸਨਸ ਦੀ ਅਪਲੋਡ ਹੋ ਚੁੱਕੀ ਹੈ ਆਲਰੇਡੀ, ਉਹ ਤੁਸੀਂ ਦੇਖ ਲਿਓ। ਠੀਕ ਹੈ, 4th ਲੈਸਨ ਆਪਣਾ ਹੈਗਾ ਬੇਟਾ ਸੇਂਟ ਰਵਿਦਾਸ। ਠੀਕ ਹੈ, ਇਸ ਦੇ ਵਿੱਚ ਸਭ ਤੋਂ ਪਹਿਲਾਂ ਵਰਡ ਮੀਨਿੰਗਸ ਨੇ। ਪ੍ਰੋਫੈਟ ਦਾ ਮਤਲਬ ਹੁੰਦਾ ਬੇਟਾ ਪੈਗੰਬਰ। ਠੀਕ ਹੈ, ਕੋਬਲਰ ਮਤਲਬ ਮੋਚੀ। ਅਨਲੱਕੀ ਬਦਕਿਸਮਤ। ਲੱਕੀ ਹੁੰਦਾ ਕਿਸਮਤ ਵਾਲਾ, ਅਨਲੱਕੀ ਹੋ ਗਿਆ ਬਦਕਿਸਮਤ। ਠੀਕ ਹੈ, ਸਪਿਰਿਚੁਅਲ ਅਧਿਆਤਮਿਕ। ਕੌਨਫੀਡੈਂਸ ਭਰੋਸਾ ਜਾਂ ਵਿਸ਼ਵਾਸ ਆਪਾਂ ਕਹਿ ਸਕਦੇ ਹਾਂ। ਠੀਕ ਹੈ, ਉਸ ਤੋਂ ਬਾਅਦ ਹੈ ਸੈਂਟੈਂਸ ਫਰੇਮ ਕਰਨਾ ਬੇਟਾ। ਅਨਹੈਪੀ ਸੇਂਟ ਰਵਿਦਾਸ ਵੋਜ਼ ਅਨਹੈਪੀ ਐਟ ਸਕੂਲ। ਸੇਂਟ ਰਵਿਦਾਸ ਜਿਹੜੇ ਸੀਗੇ ਉਹ ਸਕੂਲ ਦੇ ਵਿੱਚ ਅਨਹੈਪੀ ਸੀ। ਠੀਕ ਹੈ, ਨਾ ਖੁਸ਼ ਸੀਗੇ, ਉਦਾਸ ਸੀ ਸਕੂਲ ਦੇ ਵਿੱਚ ਉਹ। ਠੀਕ ਹੈ, ਦੂਸਰਾ ਵਰਡ ਹੈਗਾ ਇੰਟਰਸਟ। ਰਵਿਦਾਸ ਡਿਡਨਟ ਹੈਡ ਨੋ ਇੰਟਰਸਟ ਇਨ ਮਟੀਰੀਅਲ ਥਿੰਗਸ। ਜਿਹੜੀਆਂ ਭੌਤਿਕ ਚੀਜ਼ਾਂ ਨੇ ਬੇਟਾ, ਭੌਤਿਕ ਚੀਜ਼ਾਂ ਦੇ ਵਿੱਚ ਸੇਂਟ ਰਵਿਦਾਸ ਦਾ ਕੋਈ ਵੀ ਇੰਟਰਸਟ ਨਹੀਂ ਸੀ, ਯਾਨੀ ਕਿ ਕੋਈ ਵੀ ਰੁਚੀ ਨਹੀਂ ਸੀ। ਠੀਕ ਹੈ, ਉਸ ਤੋਂ ਬਾਅਦ ਅਗਲਾ ਵਰਡ ਹੈਗਾ ਪੀਸ। ਪੀਸ ਮਤਲਬ ਸ਼ਾਂਤੀ। ਹੀ ਨੈਵਰ ਲੋਸਟ ਹਿਜ ਪੀਸ ਆਫ ਮਾਈਂਡ। ਉਹਨਾਂ ਨੇ ਕਦੇ ਵੀ ਆਪਣੇ ਦਿਮਾਗ ਦੀ ਸ਼ਾਂਤੀ ਨਹੀਂ ਗਵਾਈ ਸੀ। ਠੀਕ ਹੈ, ਅਤੇ ਉਸ ਤੋਂ ਬਾਅਦ ਹੈਗਾ ਡਿਸਟਰਬਡ। ਅ ਸਡਨ ਮੂਵਮੈਂਟ ਡਿਸਟਰਬਡ ਹਿਮ। ਇੱਕ ਅਚਾਨਕ ਕੋਈ ਮੂਵਮੈਂਟ ਹੋਈ, ਹਲਚਲ ਹੋਈ, ਉਸਨੇ ਉਹਨਾਂ ਨੂੰ ਡਿਸਟਰਬ ਕਰ ਦਿੱਤਾ। ਠੀਕ ਹੈ, ਪਰੇਸ਼ਾਨ ਕਰ ਦਿੱਤਾ। ਉਸ ਤੋਂ ਬਾਅਦ ਅਗਲਾ ਹੈਗਾ ਬਿਊਟੀਫਾਈ। ਬਿਊਟੀਫਾਈ ਯਾਨੀ ਕਿ ਕਿਸੇ ਨੂੰ ਸੋਹਣਾ ਬਣਾਉਣਾ। ਠੀਕ ਹੈ, ਖੂਬਸੂਰਤ ਬਣਾਉਣਾ। ਵੀ ਬਿਊਟੀਫਾਈ ਆਰ ਸਕੂਲ। ਠੀਕ ਹੈ, ਅਸੀਂ ਆਪਣੇ ਸਕੂਲ ਨੂੰ ਜੋ ਹੈ ਬਿਊਟੀਫਾਈ ਕਰਦੇ ਹਾਂ, ਸੋਹਣਾ ਬਣਾਉਂਦੇ ਹਾਂ। ਬਿਊਟੀਫਾਈ ਤੋਂ ਬਿਊਟੀਫੁਲ ਵਰਡ ਬਣਿਆ ਬੇਟਾ ਸੁੰਦਰ, ਜਿਸ ਦਾ ਮੀਨਿੰਗ ਹੁੰਦਾ ਖੂਬਸੂਰਤ। ਠੀਕ ਹੈ, ਪ੍ਰੇਅਰ ਦਾ ਸੈਂਟੈਂਸ ਬਣਾਤਾ ਬੇਟਾ ਦੇ ਵੈਂਟ ਫੋਰ ਪ੍ਰੇਅਰ। ਉਹ ਪ੍ਰੇਅਰ ਲਈ ਗਏ। ਠੀਕ ਹੈ, ਇਹ ਹੋ ਗਏ ਸੈਂਟੈਂਸਿਸ। ਨੈਕਸਟ ਦੇਖੋ, ਵੈਨ ਵੋਜ਼ ਸੇਂਟ ਰਵਿਦਾਸ ਬੋਰਨ। ਜਨਮ ਕਦੋਂ ਹੋਇਆ ਸੀ ਸੇਂਟ ਰਵਿਦਾਸ ਦਾ? ਇਨ 1377। ਠੀਕ ਹੈ, ਯਾਦ ਰੱਖਿਓ ਇਹ। ਵਟ ਡਿਡ ਹਿਜ਼ ਫਾਦਰ ਡੂ? ਹਿਜ਼ ਫਾਦਰ ਵੋਜ਼ ਅ ਕੋਬਲਰ। ਉਹਨਾਂ ਦੇ ਪਿਤਾ ਸ਼੍ਰੀ ਜੋ ਸੀਗੇ ਉਹ ਬੇਟਾ ਮੋਚੀ ਦਾ ਕੰਮ ਕਰਦੇ ਸੀ, ਮੋਚੀ ਸਨ, ਕੋਬਲਰ। ਓਕੇ, ਵਟ ਡਿਡ ਰਵਿਦਾਸ ਰਿਅਲਾਈਜ਼ ਆਫਟਰ ਗੋਇੰਗ ਟੂ ਸਕੂਲ। ਸਕੂਲ ਜਾਣ ਤੋਂ ਬਾਅਦ ਰਵਿਦਾਸ ਜੀ ਨੂੰ ਕੀ ਜੋ ਹੈ ਅਨੁਭਵ ਹੋਇਆ, ਰਿਅਲਾਈਜ਼ ਕੀ ਹੋਇਆ, ਕੀ ਮਹਿਸੂਸ ਕੀਤਾ ਉਹਨਾਂ ਨੇ? ਹੀ ਰਿਅਲਾਈਜ਼ ਦੈਟ ਅ ਚਾਈਲਡ ਬੋਰਨ ਇਨ ਦਾ ਲੋ ਕਾਸਟ was not treated well in the society। अब मैं हाईलाइट करता, ये महसूस किया उन्होंने। की महसूस किया? उन्होंने महसूस किया कि एक बच्चा, एक लड़का बच्चा जो है एक लो कास्ट ਦੇ पैदा, जिसका जो पैदा होया जन्म होया है, ठीक है, उसनू ਸਕੂਲ ਦੇ ਵਿੱਚ जो है सोसाइटी ਦੇ ਵਿੱਚ समाज ਦੇ ਵਿੱਚ जो है ਵਧੀਆ जो है ट्रीट नहीं किया जाता, ਵਧੀਆ ਉਸਨੂੰ व्यवहार ਉਸ ਨਾਲ नहीं किया जाता। ये महसूस किया उन्होंने ਸਕੂਲ 'ਚ ਜਾ ਕੇ। ठीक है, ਨੈਕਸਟ ਦੇਖੋ, ਵਟ ਵੋਜ਼ ਹਿਜ ਇੰਟਰਸਟ। ਉਸਦੀ ਰੁਚੀ ਕਿਸ ਵਿੱਚ ਸੀ? ਉਹਨਾਂ ਦੀ ਕਿਸ ਵਿੱਚ ਰੁਚੀ ਸੀ? ਹੀ ਵੋਜ਼ ਇੰਟਰਸਟਿਡ ਇਨ ਮੈਟਰਸ ਰਿਲੇਟਿਡ ਟੂ ਸਪਿਰਿਟ। ਆਤਮਾ ਨਾਲ ਸੰਬੰਧਿਤ ਜਿਹੜੇ ਹੈਗੇ ਸੀ ਮਾਮਲੇ, ਉਹਨਾਂ ਦੇ ਵਿੱਚ ਉਹਨਾਂ ਦੀ ਰੁਚੀ ਸੀ, ਯਾਨੀ ਕਿ ਅਧਿਆਤਮਿਕ ਮਾਮਲਿਆਂ ਦੇ ਵਿੱਚ ਉਹਨਾਂ ਦੀ ਰੁਚੀ ਸੀ ਬੇਟਾ। ਠੀਕ ਹੈ, ਹੂ ਵੋਜ਼ ਹਿਜ ਸਪਿਰਿਚੁਅਲ ਟੀਚਰ। ਉਹਨਾਂ ਦੇ ਅਧਿਆਤਮਿਕ ਟੀਚਰ ਯਾਨੀ ਕਿ ਅਧਿਆਪਕ ਕੌਣ ਸਨ? ਸਵਾਮੀ ਰਾਮਾਨੰਦਾ। ਬਹੁਤ ਇੰਪੋਰਟੈਂਟ ਕੁਐਸਚਨ ਹੈ, ਯਾਦ ਰੱਖਿਓ। ਵੇਅਰ ਡਿਡ ਹੀ ਡੂ ਦ ਮੈਡੀਟੇਸ਼ਨ। ਮੈਡੀਟੇਸ਼ਨ ਕਿੱਥੇ ਕੀਤਾ ਉਹਨਾਂ ਨੇ? ਜੰਗਲ ਦੇ ਵਿੱਚ। ਇਨ ਦਾ ਫੋਰੈਸਟ, ਔਰ ਇਨ ਦਾ ਜੰਗਲ ਸੀ, ਦਾ ਜੰਗਲ ਵੀ ਲਿਖਿਆ ਜਾਂਦਾ ਤਾਂ ਫੋਰੈਸਟ ਵੀ ਆ ਸਕਦਾ। ਠੀਕ ਹੈ, ਫਰੋਮ whom did ਰਵਿਦਾਸ ਜੀ ਸੇਵ the lives of she deer and her fawns। ਇੱਕ ਹਿਰਨੀ ਸੀ ਤੇ ਉਸਦੇ ਬੱਚਿਆਂ ਦੀ ਜਾਨ ਉਹਨਾਂ ਨੇ ਜੋ ਕਿਸ ਤੋਂ ਬਚਾਈ ਸੀ? ਇੱਕ ਸ਼ਿਕਾਰੀ ਤੋਂ, ਹੰਟਰ ਤੋਂ ਜਾਨ ਬਚਾਈ ਸੀ। ਠੀਕ ਹੈ, ਰਾਈਟ ਦ ਸਿਨੋਨਿਮਸ ਆਫ ਦ ਫੋਲੋਇੰਗ ਵਰਡਸ। ਸਿਨੋਨਿਮਸ ਬੇਟਾ, ਸਿਨੋਨਿਮਸ ਦਾ ਮਤਲਬ ਹੁੰਦਾ ਸਮਾਨਾਰਥੀ। ਸਮਾਨਾਰਥੀ ਸ਼ਬਦ ਲਿਖਣੇ ਆਪਾਂ ਨੇ। ਜਿਵੇਂ ਇਹਦੇ ਵਿੱਚ ਸ਼ਬਦ ਆ ਗਿਆ ਪਹਿਲਾਂ ਸੇਜ। ਸੇਜ ਦਾ ਸਮਾਨਾਰਥੀ ਕੀ ਹੁੰਦਾ? ਸੇਂਟ। ਠੀਕ ਹੈ, ਸੰਤ। ਸੇਜ ਦਾ ਮਤਲਬ ਵੀ ਸੰਤ ਹੈ, ਅਤੇ ਸੇਂਟ ਵੀ ਆਪਾਂ ਲਿਖ ਦਿੰਦੇ ਹਾਂ। ਠੀਕ ਹੈ, ਪ੍ਰੋਫੈਟ ਵੀ ਲਿਖ ਸਕਦੇ ਹਾਂ। ਲੱਕੀ ਫੋਰਚੂਨੇਟ, ਕਿਸਮਤ ਵਾਲਾ। ਗੇਨ ਮਤਲਬ ਪ੍ਰਾਪਤ ਕਰਨਾ ਹੁੰਦਾ ਬੇਟਾ, ਗੇਨ। ਅਤੇ ਅਟੇਨ ਦਾ ਮਤਲਬ ਵੀ ਪ੍ਰਾਪਤ ਕਰਨਾ ਹੈ, ਗੇਨ, ਅਟੇਨ। ਜਾਂ ਗੈਟ ਵੀ ਲਿਖ ਸਕਦੇ ਹਾਂ, GET ਗੈਟ। ਠੀਕ ਹੈ, ਉਸ ਤੋਂ ਬਾਅਦ ਆਏਗਾ ਪਰਮਾਨੈਂਟਲੀ। ਪਰਮਾਨੈਂਟ ਦਾ ਮਤਲਬ ਹੁੰਦਾ ਫੋਰ ਐਵਰ, ਹਮੇਸ਼ਾ ਲਈ। ਠੀਕ, ਪੀਸ। ਪੀਸ ਨੂੰ ਆਪਾਂ ਲਿਖ ਸਕਦੇ ਹਾਂ ਕਾਮਨੈਸ ਜਾਂ ਸਾਈਲੈਂਸ, ਕੋਈ ਵੀ ਇੱਕ ਵਰਡ ਤੁਸੀਂ ਲਿਖ ਲਿਓ। ਠੀਕ ਹੈ, ਸ਼ਾਂਤੀ। ਅਪਰੋਚ ਦਾ ਮਤਲਬ ਬੇਟਾ ਪਹੁੰਚਿਆ, ਰੀਚਡ। ਅਪਰੋਚ ਪਹੁੰਚਣਾ, ਰੀਚ ਪਹੁੰਚਣਾ। ਈਡੀ ਲੱਗਿਆ, ਪਾਸਟ ਫੋਰਮ ਬਣ ਗਈ, ਇੱਥੇ ਈਡੀ ਜੁੜ ਗਿਆ, ਇਹ 'ਚ ਵੀ ਆਪਾਂ ਨੇ ਈਡੀ ਲਗਾ ਦਿੱਤਾ ਹੈ, ਨਾਲ ਜੋੜ ਦਿੱਤਾ ਈਡੀ। ਠੀਕ ਹੈ, ਬਣ ਗਿਆ ਅਪਰੋਚਡ, ਅਪਰੋਚਡ, ਰੀਚਡ। ਠੀਕ ਹੈ, ਪਹੁੰਚਿਆ। ਨੌਲੇਜ। ਨੌਲੇਜ ਮਤਲਬ ਵਿਜ਼ਡਮ, ਆਪਣਾ ਗਿਆਨ, ਬੁੱਧੀਮਤਾ। ਅਤੇ ਐਨਸ਼ੀਐਂਟ ਦਾ ਪ੍ਰਾਚੀਨ ਯਾਨੀ ਕਿ ਓਲਡ। ਅਤੇ ਪੂਅਰ ਯਾਨੀ ਕਿ ਗਰੀਬ। ਪੈਨੀਲੈਸ, ਜਿਸ ਕੋਲ ਇੱਕ ਪੈਸਾ ਨਹੀਂ ਹੈਗਾ, ਜਾਂ ਜ਼ਰੂਰਤਮੰਦ ਆਪਾਂ ਕਹਿ ਸਕਦੇ ਹਾਂ, ਨੀਡੀ ਕਹਿ ਸਕਦੇ ਹਾਂ। ਕੋਈ ਵੀ ਇੱਕ ਵਰਡ ਤੁਸੀਂ ਨੋਟ ਕਰ ਲਿਓ। ਸਪਿਰਿਚੁਅਲ ਹੁੰਦਾ ਬੇਟਾ ਡਿਵਾਈਨ ਜਾਂ
ਅਨਵਰਲਡਲੀ, ਜੋ ਇਸ ਦੁਨੀਆ ਦੀ ਗੱਲ ਜਿਸ ਨੂੰ ਆਪਾਂ ਪੰਜਾਬੀ ਕਹਿੰਦੇ ਅਲੌਕਿਕ, ਇਸ ਦੁਨੀਆ ਤੋਂ ਬਾਹਰ ਦੀ ਗੱਲ ਹੈ ਜਿਹੜੀ, ਠੀਕ ਹੈ, ਉਸ ਨੂੰ ਕਹਿੰਦੇ ਆ ਅਨਵਰਲਡਲੀ, ਅਲੌਕਿਕ ਜਾਂ ਡਿਵਾਈਨ ਯਾਨੀ ਕਿ ਦਿਵਯ, ਦਿਵਯ ਕਹਿ ਸਕਦੇ ਹਾਂ, ਜਾਂ ਫਿਰ ਸਪਿਰਿਚੁਅਲ। ਠੀਕ ਹੈ ਬੇਟਾ। ਅੱਗੇ ਦੇਖੋ, ਯੂਜ਼ ਦੀ ਪ੍ਰੀਫਿਕਸ ਇਨ ਐਂਡ ਮੇਕ 5 ਵਰਡਸ। ਇਨ ਪ੍ਰੀਫਿਕਸ ਯੂਜ਼ ਕਰਕੇ 5 ਸ਼ਬਦ ਬਣਾਉਣੇ ਨੇ। ਪ੍ਰੀਫਿਕਸ, ਪ੍ਰੀਫਿਕਸ ਬੇਟਾ ਪਹਿਲਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਪ੍ਰੀਫਿਕਸ ਹੁੰਦਾ ਕੀ ਹੈ। ਪ੍ਰੀਫਿਕਸ ਦਾ ਮਤਲਬ ਹੁੰਦਾ ਹੈ ਅਜਿਹੇ ਲੈਟਰਸ 1 ਔਰ 2 ਔਰ 3 ਲੈਟਰਸ ਹੋ ਸਕਦੇ ਨੇ, ਉਹ ਜੋ ਨਾ ਕਿਸੇ ਵਰਡ ਦੇ ਸ਼ੁਰੂ 'ਚ ਜੁੜ ਜਾਂਦੇ ਨੇ। ਪ੍ਰੀਫਿਕਸ, ਪ੍ਰੀ ਦਾ ਮਤਲਬ ਹੁੰਦਾ ਪਹਿਲਾਂ, ਫਿਕਸ ਹੋ ਗਿਆ ਜੋੜ ਦੇਣਾ, ਯਾਨੀ ਕਿ ਪਹਿਲਾਂ ਫਿਕਸ ਹੋ ਜਾਂਦੇ ਨੇ। ਹੁਣ ਦੇਖੋ ਇਹ ਵਰਡ ਤਾਂ ਅਸਲ 'ਚ ਕੀ ਹੈ, ਜਿਵੇਂ ਕਰੈਕਟ ਵਰਡ ਹੈ, ਕਰੈਕਟ, ਕਰੈਕਟ ਦੇ ਵਿੱਚ ਸ਼ੁਰੂ 'ਚ ਆਪਾਂ ਨੇ ਕੀ ਜੋੜਤਾ, ਇਨ ਜੋੜਤਾ। ਕੀ ਜੋੜਤਾ, ਇਨ, ਤਾਂ ਇਹ ਬਣ ਗਿਆ ਇਨ ਕਰੈਕਟ। ਤਾਂ ਇਨ ਕੀ ਹੈ, ਪ੍ਰੀਫਿਕਸ ਹੈ। ਠੀਕ ਹੈ। ਇਸੇ ਤਰ੍ਹਾਂ ਅੱਗੇ ਦੇਖੋ, ਇਨ ਨਾਲ ਆਪਾਂ ਨੇ ਹੋਰ ਵੀ ਵਰਡ ਬਣਾਇਆ ਨਵਾਂ, ਕੰਪਲੀਟ ਤੋਂ। ਕੰਪਲੀਟ ਹੁੰਦਾ ਹੈ ਪੂਰਾ, ਤੇ ਇਨ ਜੋੜਤਾ ਅੱਗੇ, ਆਈ ਐਨ, ਇਨੇ ਪ੍ਰੀਫਿਕਸ ਲਾਤਾ, ਇਹ ਬਣ ਗਿਆ ਇਨਕੰਪਲੀਟ। ਇਨਕੰਪਲੀਟ ਦਾ ਮਤਲਬ ਹੋ ਗਿਆ ਅਧੂਰਾ। ਇਸੇ ਤਰ੍ਹਾਂ ਕਰੈਕਟ ਦਾ ਮਤਲਬ ਠੀਕ ਹੈ, ਇਨਕਰੈਕਟ ਦਾ ਮਤਲਬ ਹੋ ਗਲਤ। ਇਸ ਤਰ੍ਹਾਂ ਵਿਜ਼ੀਬਲ ਹੈ, ਦੇਖੋ ਵਿਜ਼ੀਬਲ ਵਰਡ ਹੈ, ਵਿਜ਼ੀਬਲ, ਵਿਜ਼ੀਬਲ ਦੇ ਆਪਾਂ ਕੀ ਜੋੜਤਾ, ਪ੍ਰੀਫਿਕਸ ਲਗਾਤਾ, ਆਈ ਐਨ, ਇਨ ਜੋੜਤਾ, ਇਹ ਬਣ ਗਿਆ ਇਨਵਿਜ਼ੀਬਲ। ਵਿਜ਼ੀਬਲ ਹੁੰਦਾ ਜੋ ਦਿਖਾਈ ਦਿੰਦਾ, ਇਨਵਿਜ਼ੀਬਲ ਜੋ ਦਿਖਾਈ ਨਹੀਂ ਦਿੰਦਾ। ਠੀਕ ਹੈ। ਤੇ ਇਸੇ ਤਰ੍ਹਾਂ ਸੇਨ, ਸੇਨ ਹੁੰਦਾ ਸਿਆਣਾ, ਤੇ ਠੀਕ ਹੈ, ਇਨਸੇਨ ਹੋ ਗਿਆ ਪਾਗਲ, ਇਨ ਜੋੜਤਾ ਆਪਾਂ ਨੇ ਅੱਗੇ। ਠੀਕ ਹੈ। ਤਾਂ ਇਹ ਇਸ ਦਾ ਵਿਰੋਧੀ ਸ਼ਬਦ ਬਣ ਗਿਆ ਇਨ ਲਗਾ ਕੇ। ਇਨ ਜੋ ਹੈ ਪ੍ਰੀਫਿਕਸ ਲਗਾ ਕੇ ਇਹਨਾਂ ਦਾ ਜੋ ਹੈ ਆਪਾਂ ਨੇ ਐਂਟੋਨਿਮ ਬਣਾਤੇ, ਵਿਰੋਧੀ ਸ਼ਬਦ ਬਣ ਗਏ। ਠੀਕ ਹੈ। ਇਸੇ ਤਰ੍ਹਾਂ ਇਹ ਦੇਖੋ, ਐਕਸਪੈਂਸਿਵ ਮਹਿੰਗਾ, ਇਨਐਕਸਪੈਂਸਿਵ ਜੋ ਮਹਿੰਗਾ ਨਹੀਂ ਹੈਗਾ। ਠੀਕ ਹੈ। ਉਸ ਤੋਂ ਬਾਅਦ ਸਫਿਕਸ ਦੇਖੋ, ਜਿਸ ਤਰ੍ਹਾਂ ਪ੍ਰੀਫਿਕਸ ਸ਼ੁਰੂ 'ਚ ਲੱਗਦਾ ਹੈ, ਸਫਿਕਸ ਲੱਗਦਾ ਹੈ ਐਂਡ 'ਤੇ, ਲਾਸਟ 'ਤੇ। ਜਿਵੇਂ ਇਸ ਦੇ ਵਿੱਚ ਦੇਖੋ ਵਰਡ ਹੈਗਾ ਸੂਟੇਬਲ। ਠੀਕ ਹੈ। ਏਬਲ ਪ੍ਰੀਫਿਕਸ ਜੋੜਨਾ ਆਪਾਂ ਨੇ, ਏਬਲ, ਸੂਟ ਦੇ ਵਿੱਚ ਜੋੜਤਾ ਏਬਲ, ਸੂਟੇਬਲ ਹੋ ਗਿਆ। ਇਸੇ ਤਰ੍ਹਾਂ ਦੇਖੋ ਅਵੇਲ, ਅਵੇਲ ਦੇ ਵਿੱਚ ਜੋੜਤਾ ਆਪਾਂ ਨੇ ਏਬਲ, ਇਹ ਕੀ ਬਣ ਗਿਆ, ਅਵੇਲੇਬਲ। ਇਸ ਤਰ੍ਹਾਂ ਡਰਿੰਕ, ਡਰਿੰਕ 'ਚ ਜੋੜਤਾ ਏਬਲ, ਕੀ ਬਣ ਗਿਆ, ਡਰਿੰਕੇਬਲ। ਕੀ ਬਣ ਗਿਆ ਬੇਟਾ, ਡਰਿੰਕੇਬਲ ਬਣ ਗਿਆ ਵਰਡ ਦੇਖੋ। ਇਸ ਤਰ੍ਹਾਂ ਵਾਸ਼, ਵਾਸ਼ ਦੇ ਵਿੱਚ ਏਬਲ ਜੋੜਤਾ, ਕੀ ਬਣ ਗਿਆ, ਵਾਸ਼ੇਬਲ। ਇਸ ਤਰ੍ਹਾਂ ਰਿਮਾਰਕ ਦੇ ਵਿੱਚ ਏਬਲ ਜੋੜਤਾ, ਰਿਮਾਰਕੇਬਲ। ਠੀਕ ਹੈ। ਇਹ ਸੀਗੇ ਆਪਣੇ ਸਫਿਕਸ। ਸਫਿਕਸ ਯਾਨੀ ਕਿ ਵਰਡ ਦੇ ਐਂਡ 'ਤੇ ਲਗਾਉਣੇ ਹੁੰਦੇ ਆ, ਅਤੇ ਪ੍ਰੀਫਿਕਸ ਪਹਿਲਾਂ ਲੱਗਦੇ ਆ, ਇਹ ਯਾਦ ਰੱਖਿਓ। ਇੱਥੇ ਦੇਖੋ ਕੀ ਕਰਨਾ, ਤੁਸੀਂ ਵਰਬ ਨੂੰ ਅੰਡਰਲਾਈਨ ਕਰਨਾ ਹੈ, ਵਰਬ ਕਿਰਿਆ ਨੂੰ। ਹੀ ਗੇਵ ਮੀ ਐਨ ਐਪਲ, ਗੇਵ ਕੀ ਇਹਦੇ 'ਚ ਵਰਬ ਹੈ, ਇਹਦੇ 'ਚ ਵੈਂਟ ਵਰਬ ਹੈ, ਇਹਦੇ 'ਚ ਪ੍ਰੇਜ਼ਡ ਵਰਬ ਹੈ, ਸੀ ਦੇਖਣਾ, ਨੀਡਸ ਜ਼ਰੂਰਤ ਹੋਣਾ। ਠੀਕ ਹੈ। ਪੰਜਾਬੀ 'ਚ ਬੇਟਾ ਜਿਨ੍ਹਾਂ ਸ਼ਬਦਾਂ ਦੇ ਐਂਡ 'ਤੇ ਨਾ ਆਉਂਦਾ, ਨਾ ਜਾਣਾ, ਉਹ ਵਰਬ ਹੁੰਦੀ, ਜਿਵੇਂ ਆਉਣਾ, ਜਾਣਾ, ਉੱਠਣਾ, ਬੈਠਣਾ। ਠੀਕ ਹੈ। ਉਹ ਕਿਰਿਆ ਹੁੰਦੀ ਹੈ, ਵਰਬ ਹੁੰਦੀ ਹੈ। ਜਿਵੇਂ ਇਨਵਾਈਟ ਆ ਗਿਆ, ਇਹਦੇ ਵਿੱਚ ਨਿਮੰਤਰਣ ਦੇਣਾ, ਬੁਲਾਉਣਾ ਕਿਸੇ ਨੂੰ, ਸੈਲੀਬ੍ਰੇਟ ਮਨਾਉਣਾ। ਠੀਕ ਹੈ। ਲਿਖਣਾ, ਰਾਈਟਿੰਗ, ਕਲੋਜ਼ਡ ਬੰਦ ਕੀਤਾ, ਬੰਦ ਕਰਨਾ ਹੋ ਗਿਆ। ਠੀਕ ਹੈ। ਲਾਈਕਸ ਪਸੰਦ ਕਰਨਾ, ਰੀਡ ਪੜ੍ਹਨਾ ਹੋ ਗਿਆ, ਵਨ ਜਿੱਤਿਆ। ਇਹ ਸਾਰੀਆਂ ਵਰਬਸ ਨੇ ਬੇਟਾ, ਵਰਬ ਅੰਡਰਲਾਈਨ ਕਰਨੀਆਂ ਸੀ, ਹੋ ਗਿਆ। ਚਲੋ ਨੈਕਸਟ ਦੇਖੋ। ਉਸ ਤੋਂ ਬਾਅਦ ਦੇਖੋ, ਤੁਸੀਂ ਜੋ ਹੈ ਸਪੀਕਿੰਗ ਸਕਿੱਲ ਜੋ ਹੈ ਆਪਣੇ ਆਪ ਕਰਿਓ ਬੇਟਾ, ਤੁਸੀਂ ਇਹ ਨਹੀਂ ਹੋ ਪਾਊਗੀ ਆਪਣੇ ਵੀਡੀਓ ਦੇ ਵਿੱਚ। ਰਾਈਟਿੰਗ ਸਕਿੱਲ ਵੀ ਤੁਸੀਂ ਆਪਣੇ ਆਪ ਹੀ ਕਰ ਲਿਓ। ਠੀਕ ਹੈ। ਅਤੇ ਜੋ ਐਗਜ਼ਾਮ ਓਰੀਐਂਟਿਡ ਕੰਮ ਆਪਾਂ ਉਹੀ ਕਰ ਰਹੇ ਹਾਂ ਇਸ ਟਾਈਮ। ਉਸ ਤੋਂ ਬਾਅਦ ਇਹ ਲਿਸਨਿੰਗ ਵਾਲਾ ਹੈਗਾ ਬੇਟਾ, ਆਡੀਓ ਲਿਸਨ ਕਰਕੇ ਕਰਨਾ ਸੀਗਾ, ਮੈਂ ਤੁਹਾਡੇ ਲਈ ਹੱਲ ਕਰ ਦਿੱਤਾ। ਤੁਸੀਂ ਆਪ ਵੀ ਲਿਸਨ ਕਰਨਾ ਆਡੀਓ ਨੂੰ, ਸੁਣਨਾ, ਅਤੇ ਉਸ ਤੋਂ ਬਾਅਦ ਤੁਸੀਂ ਇਸ ਨੂੰ ਕਰ ਲਿਓ। ਰਵਿਦਾਸ ਹੈਡ ਨੋ ਇੰਟਰਸਟ ਇਨ ਡੈਸ਼ ਥਿੰਗਸ, ਮਟੀਰੀਅਲ ਥਿੰਗਸ। ਇਹ ਯਾਦ ਰੱਖਿਓ, ਇੰਪੋਰਟੈਂਟ ਕੁਐਸਚਨ ਇਹਨਾਂ 'ਚ ਜ਼ਰੂਰ ਆਊਗਾ ਪੇਪਰ 'ਚ। ਰਵਿਦਾਸ ਜੀ ਦਾ ਇੰਟਰਸਟ ਕਿਸ ਵਿੱਚ ਨਹੀਂ ਸੀ, ਮਟੀਰੀਅਲ ਥਿੰਗਸ ਦੇ ਵਿੱਚ, ਭੌਤਿਕ ਚੀਜ਼ਾਂ ਵਿੱਚ ਜੋ ਰੁਚੀ ਨਹੀਂ ਸੀ। ਹੀ ਵਾਜ਼ ਓਨਲੀ ਇੰਟਰਸਟਿਡ ਇਨ ਮੈਟਰਸ ਰਿਲੇਟਿਡ ਟੂ ਦਾ ਕਿਸ ਸਪਿਰਿਟ। ਇਹ ਆਨਸਰ ਹੈ ਇਸਦਾ। ਕਿਹੜੇ ਮਾਮਲਿਆਂ ਦੇ ਵਿੱਚ ਰੁਚੀ ਸੀ ਉਹਨਾਂ ਦੀ, ਸਿਰਫ ਜੋ ਸਪਿਰਿਟ ਨਾਲ, ਆਤਮਾ ਨਾਲ ਸੰਬੰਧਿਤ ਸੀਗੇ, ਅਧਿਆਤਮ ਨਾਲ ਸੰਬੰਧਿਤ ਸੀ, ਉਹਨਾਂ ਮਾਮਲਿਆਂ ਵਿੱਚ ਰੁਚੀ ਸੀਗੀ ਸਪਿਰਿਟ ਦੇ ਵਿੱਚ। ਠੀਕ ਹੈ। ਹੀ ਵਾਂਟਡ ਟੂ ਗੇਨ ਸਪਿਰਿਚੁਅਲ, ਕੀ ਚਾਹੁੰਦੇ ਸੀ ਉਹ, ਨੌਲੇਜ। ਕਿਹੜੀ ਨੌਲੇਜ ਪ੍ਰਾਪਤ ਕਰਨਾ ਚਾਹੁੰਦੇ ਸੀ, ਸਪਿਰਿਚੁਅਲ, ਅਧਿਆਤਮਿਕ ਗਿਆਨ ਪ੍ਰਾਪਤ ਕਰਨਾ ਚਾਹੁੰਦੇ ਸਨ। ਉਸ ਤੋਂ ਬਾਅਦ ਹੈ ਸੂਨ ਹੀ ਬਿਕੇਮ ਅ ਡੈਸ਼ ਆਫ ਸਵਾਮੀ ਰਾਮਾਨੰਦਾ, ਛੇਤੀ ਉਹ ਕੀ ਬਣ ਗਏ, ਸਵਾਮੀ ਰਾਮਾਨੰਦ ਦੇ ਡਿਸਾਈਪਲ। ਡਿਸਾਈਪਲ ਹੁੰਦਾ ਬੇਟਾ ਸ਼ਿਸ਼ਯ, ਚੇਲਾ, ਚੇਲਾ ਬਣਦਾ, ਚੇਲੇ ਨੂੰ ਕਹਿੰਦੇ ਆਪਾਂ ਡਿਸਾਈਪਲ। ਠੀਕ ਹੈ। ਸ਼ਿਸ਼ਯ ਨੂੰ। ਠੀਕ ਹੈ। ਉਹਨਾਂ ਦੇ ਯਾਨੀ ਕਿ ਗੁਰੂ ਦਾ ਨਾਮ, ਗੁਰੂ ਜੀ ਦਾ ਨਾਮ ਕੀ ਸੀ, ਸਵਾਮੀ ਰਾਮਾਨੰਦਾ ਸੀਗਾ, ਯਾਦ ਰੱਖਿਓ, ਆਊਗਾ ਪੇਪਰ 'ਚ। ਦੇਅਰ ਵਾਜ਼ ਅ ਕੰਪਲੀਟ ਚੇਂਜ ਇਨ ਹਿਜ਼ ਲਾਈਫ, ਉਸਦੇ ਜੀਵਨ ਵਿੱਚ ਸੰਪੂਰਨ ਜੋ ਹੈ ਚੇਂਜ ਆ ਗਿਆ, ਤਬਦੀਲੀ ਆ ਗਈ। ਓਕੇ। ਉਸ ਤੋਂ ਬਾਅਦ ਇਹ ਵੀ ਜੋ ਹੈ ਇਹ ਬੁੱਕ 'ਚੋਂ ਨਹੀਂ ਹੈਗਾ, ਇਹ ਵੈਸੇ ਆਡੀਓ ਕਲਿੱਪ ਹੈ। ਠੀਕ ਹੈ। ਤਾਂ ਇਹਦੇ ਵਿੱਚੋਂ ਵੈਸੇ ਕੁਐਸਚਨ ਤਾਂ ਨਹੀਂ ਪੇਪਰ 'ਚ ਆ ਸਕਦਾ ਕੋਈ, ਪਰ ਫਿਰ ਵੀ ਆਡੀਓ ਕਲਿੱਪ ਹੈਗੀ ਸੀ, ਆਪਾਂ ਡਿਸਕਸ ਕਰ ਲੈਣਾ। ਆਨਸਰ ਇਸ ਦੇ ਪਹਿਲੇ ਦਾ ਆਨਸਰ ਵਿਰਾਟ ਕੋਹਲੀ ਹੈ, ਕੈਪਟਨ ਇੰਡੀਅਨ ਟੀਮ ਦਾ। ਅਤੇ ਉਸ ਤੋਂ ਬਾਅਦ ਇਸ ਦਾ ਇਹ ਆਨਸਰ ਹੈ ਆਡੀਓ ਕਲਿੱਪ ਦੇ ਬੇਸ 'ਤੇ ਬੇਟਾ ਇਹ। ਠੀਕ ਹੈ। ਉਸ ਤੋਂ ਬਾਅਦ ਇਸ ਦਾ ਆਨਸਰ ਡੀ ਹੈ ਬੇਟਾ, ਰੋਇਲ ਚੈਲੰਜਰਸ, ਅਤੇ ਇਸ ਦਾ ਆਨਸਰ ਹੈਗਾ ਜੀ 10,000 ਰਨਸ। ਚਲੋ ਲੈਸਨ ਨੰਬਰ 5 ਆਪਣਾ ਪੋਇਮ ਹੈ ਡੋਂਟ ਕੁਇਟ। ਠੀਕ ਹੈ। ਇਸ ਦੇ ਵਿੱਚ ਵਰਡ ਮੀਨਿੰਗ ਸੇ ਸਭ ਤੋਂ ਪਹਿਲਾਂ ਬੇਟਾ ਹੈਗਾ ਕੁਈਅਰ। ਕੁਈਅਰ ਦਾ ਮਤਲਬ ਹੁੰਦਾ ਅਜੀਬ, ਵਿਚਿੱਤਰ।
क्विट का मतलब बेटा छड्डना, यानी कि लीव, चले जाना, छड़ देना कोई चीज़, ठीक है। गिव अप करना, गिव अप भी कह सकते हैं। पीस मतलब शांति, डैट मतलब करजा, ये डी बी साइलेंट होंगे बेटा, बी की है साइलेंट, डैट बोलेंगे इसनूं, ठीक है। उस तो बाद ट्रज, ट्रज मतलब थकावट कारण हौली हौली तुरना, ठीक है। जो आप चल रहे हैं थक भी गए फिर भी तुरी जा रहे हैं, अपने पैरों को घसीट घसीट के तुरना, उसनों आप कहते हैं ट्रज, ठीक है। हौली हौली तुरना थकान कारण। तो उस तो बाद बेटा देखो ये वर्ड्स ने और फ्रेजिज ने, इन्हों के आप की करने सेंटेंस बनाने हैं। फंड्स, अपने को फंड्स ने, ठीक है। फंड्स का की बनेगा, और ग्रेटेस्ट प्रॉब्लम इज़ द लैक ऑफ फंड्स, साड़ी सब तो बड़ी समस्या की है, साढ़े कोल फंड नहीं है, पैसे नहीं है, ग्रांट नहीं हैगी, ठीक है। उस तो बाद ब्लो, वी मे सक्सीड विद अनदर ब्लो, असी दूसरे, ब्लो का मतलब इतने बेटा कोशिश है, एफर्ट है, एंडवर है, प्रयास है, ब्लो का मतलब, ठीक है। असी दूसरी कोशिश में कामयाब हो सकते हाँ, ठीक है। फेलियर यानी कि असफलता, इसका की वर्ड सेंटेंस बन गया। फेलियर इज़ द ओनली हाई रोड टू सक्सैस, सिर्फ सफलता का सब तो वधिया रोड की है, हाई रोड की है बेटा, फेलियर है। फेलियर इज़ द ओनली हाई रोड टू सक्सैस, यानी कि सफलता प्राप्त करने लिए कई बार फेल भी होना पैंदा है, जरूरी हो जाता है, ठीक है। उस तो बाद अपने को लाइफ इज़ फुल ऑफ ट्विस्ट एंड टर्नस, ठीक है। ये है ट्विस्ट, एक रह गया सीगा विच बेटा स्टिक टू, आई एम स्टिक टू माई वर्क, भी मैं मेरे काम नाल चिंबड़िया है, मेरे काम नाल लग्या होया, एवें तुसीं इसनूं लिखो, आई एम स्टिक टू माई वर्क, ठीक है। तो ट्विस्ट्स एंड टर्नस का मतलब मोड़ घोड़ आना, जिंदगी के विच प्रॉब्लम्स आना, डिफिकल्टीज आना, ठीक है। लाइफ इज़ फुल ऑफ ट्विस्ट एंड टर्नस, जीवन अपना जो है ट्विस्ट एंड टर्नस नाल भरिया होया है, दिक्कतां नाल भरिया होया है। उस तो बाद देख लो बेटा मैन, ये आपां मैच करना है, देखो की है ये राइमिंग वर्ड्स ने, यानी कि जिन्हों की आपस में राइम मिलती है, पोइम के विचों ही ले गए वर्ड्स, वो मैच करने आपां ने। जिमें मैन, मैन का दैन, मैन किस नाल मैच कर जाएगा बेटा, दैन नाल, ठीक है। मैन दैन। हिल, हिल का मतलब हिल विल नाल मैच करेगा, राइम मिलती है ना। क्विट, क्विट का हो गया जी बिट, इधर स्लो, स्लो का की हो गया ब्लो, ठीक है। लर्न, टर्न, राइमिंग वर्ड ने बेटा, मीनिंग नाल कोई संबंध नहीं है, इन्हें राइम जो है मिलती है, वो मैच करने से, ठीक है। उस तो बाद पोइम का स्टैंजा आ गया बेटा, इसे पोइम के डोंट क्विट विचों स्टैंजा है, पढ़ लो तुसी, ये इसके क्वेश्चनस ने। नेम द पोइम एंड द पोइट, पोइम का नेम बेटा की है डोंट क्विट है, ठीक है। इसके पोइट का नाम है एडगर अ गेस्ट, ये याद कर लो, एडगर अ गेस्ट। उस तो बाद दूसरा देखो इसका है बी क्वेश्चन आंसर है, वट डज द पोइट मीन बाय फंड्स आर लो, फंड्स आर लो का की मीनिंग है, इसका मतलब ये है इट मीनस लैस इनकम एंड लैक ऑफ फाइनांस, भी अपनी आमदनी घट है, यानी कि पैसे की घाट, वित्त की घाट है, इसका मतलब फंड्स आर लो, ठीक है। फंड्स का मतलब वित्त है, पैसा ही होंगे बेटा, फाइनांस हो गया, ठीक है। वट शुड अ मैन डू वैन प्रॉब्लम इन लाइफ डिप्रैसिज हिम, एक बंदे जो कोई समस्या डिप्रैस कर रही है, वो बंदा डिप्रैशन के है, तो उसनों की करना चाहिए है, उसनों की कर देना, ही शुड नैवर क्विट, उसनों कदे भी छड्डना चाहिए, बट टेक रेस्ट, रेस्ट कर लेना चाहिए, तो बाद विच फिर अपनी कोशिश शुरू करनी चाहिए है, ठीक है। पिक आउट द वर्ड्स फ्रॉम द स्टैंजा विच मीनस रिलैक्स, रेस्ट, इस पैसेज के विचों मतलब आपां ने करना सी सिलैक्ट, रिलैक्स का मीनिंग दसना सी, पैसेज विचों वर्ड देखना सीगा, आप देखो रेस्ट, ठीक है। उस तो बाद अगला देखो लीव है, लीव का मतलब की है क्विट, छड्डना, लीव का मतलब की है छड्डना, ये भी पैसेज चो मीनिंग अपना स्टैंजे चो दसना सी, स्टैंजा के जो क्विट वर्ड आ पे देखो, ठीक है। इतों अपने देखना सी, दसना सीगा। चलो नैक्सट स्टैंजा है, वट इज़ मैंट बाय फेंट एंड फोल्टरिंग मैन, फेंट एंड फोल्टरिंग मैन का मतलब की है टायर्ड परसन है, जो थक गया व्यक्ति, ठीक है, या एग्जॉस्टिड मैन कह सकते हैं आप, टायर्ड मैन कह लो। तो स्ट्रगलर किसनों कहा गया है, स्ट्रगलर वही होंगे जो स्ट्रगल करता है, वन हू स्ट्रगल इज कॉल्ड स्ट्रगलर, ठीक है। उस तो बाद वट डज द विक्टर्स कप रेफर टू, विक्टर्स कप का मतलब की है सक्सैस, यानी कि जित वाला कप, ठीक है, जेतू का कप मतलब सफलता, ठीक है। उस तो बाद बेटा देखो फिल इन द ब्लैंक्स है, पिक आउट द सिनोनिम्स, सिनोनिम्स ऑफ द वर्ड गोल एंड राइट दैम इन द स्पेस प्रोवाइडेड, सिर्फ एक वर्ड है गोल, गोल दे जो है सिनोनिम्स, सिनोनिम्स होंगे समानार्थी, समानार्थी लभने इस बॉक्स विचों, इस बॉक्स विचों देखिए कितने सारे वर्ड दिते हुए हैं, इन्होंने विचों अपने समानार्थी लभने ने, ठीक है। गोल, गोल मतलब होंगे अपना उद्देश, उद्देश का मीनिंग क्या, एम इतों चक लिया, टारगेट ये है सी वर्ड टारगेट, आ देखो ये पिया टारगेट, ये ले लिया इतों, तो एक वर्ड है ऑब्जैक्टिव, ऑब्जैक्टिव, इन्होंने सारे का मीनिंग बेटा गोल है, तो गोल का मतलब है उद्देश अपना, ठीक है, एम। आगे चलो ऑब्जेक्टिव टाइप क्वेश्चंस, हु इज़ द पोइट ऑफ द पोइम डोंट क्विट, ये क्वेश्चन आ गया जी, डोंट क्विट पोइम के पोइट का नाम पक्का याद कर लो, पेपर जरूर आऊगा, एडगर अ गेस्ट, ठीक है।
ਜਦੋਂ ਗੈਸਟ ਆ ਗਿਆ ਆਪਾਂ ਨੂੰ ਜਾਣ ਨੂੰ ਥੋੜ੍ਹਾ ਕਹਿੰਦੇ ਆ, ਐਵੇਂ ਯਾਦ ਰੱਖ ਲਿਓ। ਕੁਇਟ ਕਰਨ ਨੂੰ ਥੋੜ੍ਹਾ ਕਹਿੰਦੇ ਆ, ਛੱਡਣ ਨੂੰ ਥੋੜ੍ਹਾ ਕਹਿੰਦੇ ਚਲੇ ਜਾਓ ਤੁਸੀਂ। ਗੈਸਟ ਦਾ ਹਮੇਸ਼ਾ ਆਪਾਂ ਵੈਲਕਮ ਕਰਦੇ ਹਾਂ, ਐਵੇਂ ਯਾਦ ਰਹਿ ਜਾਊਗਾ ਤੁਹਾਨੂੰ। ਗੈਸਟ ਨੂੰ ਕੀ ਨਹੀਂ ਕਰਦੇ ਆਪਾਂ, ਕੁਇਟ ਨਹੀਂ ਕਰਨ ਦਿੰਦੇ ਹੈਗੇ, ਠੀਕ ਹੈ। ਕਹਿੰਦੇ ਆ ਵੀ ਡੋਂਟ ਕੁਇਟ, ਜਾਓ ਨਾ ਵੀ ਰਹੋ ਅੱਜ, ਠੀਕ ਹੈ। ਸੋ ਇਸ ਤਰ੍ਹਾਂ ਯਾਦ ਰੱਖਿਓ, ਐਡਗਰ ਅ ਗੈਸਟ, ਡੋਂਟ ਕੁਇਟ ਦਾ ਪੋਇਟ ਹੈ। ਵਾਟ ਇਜ਼ ਲਾਈਫ ਫੁੱਲ ਆਫ, ਲਾਈਫ ਕਿਸ ਚੀਜ਼ ਨਾਲ ਭਰੀ ਹੋਈ ਹੈ ਬੇਟਾ ਆਪਣੀ, ਲਾਈਫ ਆਪਣੀ ਭਰੀ ਹੋਈ ਹੈ, ਲਾਈਫ ਇਜ਼ ਫੁੱਲ ਆਫ ਟਵਿਸਟ ਐਂਡ ਟਰਨ, ਜਿਹੜੇ ਮੋੜ ਨੇ ਬਹੁਤ ਸਾਰੇ ਜ਼ਿੰਦਗੀ ਦੇ ਵਿੱਚ ਉਹਨਾਂ ਨਾਲ ਭਰੀ ਪਈ ਹੈ, ਠੀਕ ਹੈ, ਯਾਨੀ ਕਿ ਦਿੱਕਤਾਂ ਨਾਲ ਭਰੀ ਹੋਈ ਹੈ। ਇਜ਼ ਲਾਈਫ ਅ ਬੈਡ ਆਫ ਰੋਜ਼ਿਸ, ਕੀ ਜੀਵਨ ਫੁੱਲਾਂ ਦੀ ਸੇਜ ਹੈ, ਨੋ ਨੋਟ ਐਟ ਆਲ, ਬਿਲਕੁਲ ਨਹੀਂ ਹੈ, ਨੋ ਆਂਸਰ ਆ ਜਾਏਗਾ। ਵੈਨ ਸ਼ੁੱਡ ਵੀ ਟੇਕ ਰੈਸਟ, ਸਾਨੂੰ ਰੈਸਟ ਕਦੋਂ ਕਰਨਾ ਚਾਹੀਦਾ ਹੈ, ਵੀ ਸ਼ੁੱਡ ਟੇਕ ਰੈਸਟ ਵੈਨ ਵੀ ਆਰ ਇਨ ਡਿਪਰੈਸ਼ਨ, ਜੇਕਰ ਆਪਾਂ ਡਿਪਰੈਸ਼ਨ ਦੇ ਵਿੱਚ ਆਪਾਂ ਥਕਾਨ ਮਹਿਸੂਸ ਕਰ ਰਹੇ ਹਾਂ, ਥੱਕੇ ਹੋਏ ਤਾਂ ਰੈਸਟ ਕਰ ਲੈਣਾ ਚਾਹੀਦਾ ਹੈ, ਕੁਇਟ ਨਹੀਂ ਕਰਨਾ ਚਾਹੀਦਾ, ਠੀਕ ਹੈ। ਵਾਟ ਸ਼ੁੱਡ ਵੀ ਡੂ ਵੈਨ ਆਵਰ ਪੇਸ ਸਿਮਸ ਸਲੋ, ਜਦੋਂ ਸਾਡੀ ਸਪੀਡ, ਪੇਸ ਦਾ ਮਤਲਬ ਬੇਟਾ ਸਪੀਡ, ਜਦੋਂ ਸਾਡੀ ਸਪੀਡ ਘਟਾ ਤਾਂ ਸਾਨੂੰ ਕੀ ਕਰਨਾ ਚਾਹੀਦਾ ਹੈ, ਵੀ ਸ਼ੁੱਡ ਨੋਟ ਗਿਵ ਅਪ, ਸਾਨੂੰ ਛੱਡਣਾ ਨਹੀਂ ਚਾਹੀਦਾ, ਤਿਆਗਣਾ ਨਹੀਂ ਚਾਹੀਦਾ, ਕੰਮ ਬੰਦ ਨਹੀਂ ਕਰਨਾ ਚਾਹੀਦਾ। ਵੀ ਸ਼ੁੱਡ ਟਰਾਈ ਅਗੇਨ, ਸਾਨੂੰ ਫੇਰ ਤੋਂ ਜੋ ਹੈ ਕੋਸ਼ਿਸ਼ ਕਰਨੀ ਚਾਹੀਦੀ ਹੈ, ਠੀਕ ਹੈ। ਉਸ ਤੋਂ ਬਾਅਦ ਬੇਟਾ ਇਹ ਅੱਗੇ ਤੁਹਾਡੇ ਕੋਲ ਕੰਪਲੀਟ ਦਾ ਗਿਵਨ ਟੇਬਲ ਬਾਈ ਰਾਈਟਿੰਗ ਦਾ ਕਰੈਕਟ ਡਿਗਰੀਜ਼ ਆਫ ਐਡਜੈਕਟਿਵ, ਐਡਜੈਕਟਿਵ ਯਾਨੀ ਕਿ ਵਿਸ਼ੇਸ਼ਣ, ਵਿਸ਼ੇਸ਼ਣ ਦੀਆਂ ਡਿਗਰੀਜ਼ ਹੁੰਦੀਆਂ ਨੇ, ਇਹ ਡਿਗਰੀਜ਼ ਆਪਾਂ ਨੇ ਦੱਸਣੀਆਂ, ਇਹਦੇ ਵਿੱਚ ਦੱਸੇ ਹੋਏ ਨੇ ਵਰਡ। ਹਰੇਕ ਜੋ ਐਡਜੈਕਟਿਵ ਹੈ ਉਸਦੀ 3 ਡਿਗਰੀਜ਼ ਹੁੰਦੀਆਂ ਨੇ ਬੇਟਾ। ਪਹਿਲੀ ਡਿਗਰੀ ਨੂੰ ਆਪਾਂ ਕਹਿੰਦੇ ਹਾਂ ਪੋਜ਼ੀਟਿਵ, ਦੂਸਰੀ ਨੂੰ ਕਹਿੰਦੇ ਆ ਕੰਪੈਰੇਟਿਵ, ਅਤੇ ਤੀਸਰੀ ਹੁੰਦੀ ਹੈ ਆਪਣੀ ਸੁਪਰਲੇਟਿਵ, ਠੀਕ ਹੈ। ਇਹ ਯਾਦ ਰੱਖਿਓ ਹਮੇਸ਼ਾ, ਪੋਜ਼ੀਟਿਵ ਦੇ ਵਿੱਚ ਕੋਈ ਕੰਪੈਰੀਜ਼ਨ ਨਹੀਂ ਹੁੰਦੀ, ਇੱਕ ਦੂਜੇ ਨਾਲ ਕਿਸੇ ਨਾਲ ਕੋਈ ਤੁਲਨਾ ਨਹੀਂ ਹੁੰਦੀ। ਕੰਪੈਰੇਟਿਵ ਦੇ ਵਿੱਚ ਤੁਲਨਾ ਹੁੰਦੀ ਹੈ ਇੱਕ ਚੀਜ਼ ਦੀ ਦੂਸਰੀ ਚੀਜ਼ ਨਾਲ, ਸਿਰਫ 2 ਦੀ ਤੁਲਨਾ ਹੁੰਦੀ ਹੈ, 2 ਦੀ ਕੰਪੈਰੀਜ਼ਨ ਹੈ। ਅਤੇ ਸੁਪਰਲੇਟਿਵ ਦੇ ਵਿੱਚ ਇੱਕ ਚੀਜ਼ ਦੀ ਬਾਕੀ ਸਾਰਿਆਂ ਨਾਲ ਕੰਪੈਰੀਜ਼ਨ ਹੁੰਦੀ ਹੈ, ਉੱਥੇ ਆਪਾਂ ਸੁਪਰਲੇਟਿਵ ਡਿਗਰੀ ਯੂਜ਼ ਕਰਦੇ ਹਾਂ। ਥੋੜ੍ਹੀ ਜਿਹੀ ਪਛਾਣ ਯਾਦ ਕਰ ਲਓ, ਮੈਂ ਜ਼ਿਆਦਾ ਡਿਟੇਲ 'ਚ ਨਹੀਂ ਜਾਊਂਗਾ, ਸਾਰੀ ਨਹੀਂ ਦੱਸੂਗਾ ਤੁਹਾਨੂੰ, ਸਿਰਫ ਇਹ ਦੱਸਣਾ ਵੀ ਪਛਾਣ ਕਿਵੇਂ ਸਕਦੇ ਹੋ। ਜਿਸ ਡਿਗਰੀ ਦੇ ਪਿੱਛੇ ਨਾ ER ਲੱਗਿਆ ਹੋਇਆ ਹੈ ਉਹ ਕੰਪੈਰੇਟਿਵ ਹੋਊਗੀ, ਜਿਸ ਦੇ ਲਾਸਟ 'ਤੇ EST ਲੱਗਿਆ ਹੋਇਆ ਹੈ ਉਹ ਸੁਪਰਲੇਟਿਵ ਹੋਊਗੀ, ਠੀਕ ਹੈ। ਅਤੇ ਇਹ ਪਹਿਲੀ ਹੋਊਗੀ ਆਪਣੀ ਪੋਜ਼ੀਟਿਵ, ਕਲੀਅਰ। ਇਸ ਤਰ੍ਹਾਂ ਯਾਦ ਕਰ ਲਓ, ਦੇਖੋ ਨੀਅਰ, ਨੀਅਰਰ, ਨੀਅਰੈਸਟ, ਏਬਲ, ਏਬਲਰ, ਏਬਲੈਸਟ, ਕਲੀਨ, ਕਲੀਨਰ, ਕਲੀਨੈਸਟ, ਇਸ ਤਰ੍ਹਾਂ ਇਸਨੂੰ ਲਰਨ ਕਰ ਲਿਓ, ਠੀਕ ਹੈ। ਅਤੇ ਲਰਨ ਕਰਨ ਦਾ ਮੈਂ ਤਰੀਕਾ ਦੱਸ ਦੇਣਾ ਤੁਹਾਨੂੰ, ਇਹ ਯਾਦ ਕਰਨ ਦੀ ਜ਼ਰੂਰਤ ਨਹੀਂ ਇੰਨੀ ਵੀ ਜਿਨ੍ਹਾਂ ਦੇ ਪਿੱਛੇ ER ਅਤੇ EST ਲੱਗਿਆ ਹੋਇਆ। ਤੁਸੀਂ ਕੀ ਯਾਦ ਕਰਨਾ ਹੈ, ਤੁਸੀਂ ਨਾ ਇਹ ਯਾਦ ਕਰ ਲਓ, ਇਹਨਾਂ ਵਿੱਚੋਂ ਇਹਨਾਂ ਨੂੰ ਲਰਨ ਕਰ ਲਓ ਜਿਨ੍ਹਾਂ ਦੇ ਨਾਲ ਮੋਰ ਅਤੇ ਮੋਸਟ ਲੱਗਦਾ ਹੈ। ਕੈਪੇਬਲ, ਮੋਰ ਕੈਪੇਬਲ, ਮੋਸਟ ਕੈਪੇਬਲ, ਕੀ ਜੋੜਿਆ ਆਪਾਂ ਨੇ, ਸਿਰਫ ਮੋਰ ਅਤੇ ਮੋਸਟ ਲਗਾ ਦਿੱਤਾ ਅੱਗੇ। ਇਸੇ ਤਰ੍ਹਾਂ ਬਿਊਟੀਫੁਲ ਵਰਡ ਹੈ, ਇਹਨੂੰ ਯਾਦ ਕਰ ਲਓ, ਮੋਰ ਬਿਊਟੀਫੁਲ, ਮੋਸਟ ਬਿਊਟੀਫੁਲ। ਡਿਫੀਕਲਟ ਦਾ ਯਾਦ ਕਰ ਲਓ, ਇੰਟਰਸਟਿੰਗ ਦਾ ਲਰਨ ਕਰ ਲਓ, ਅਤੇ ਐਕਟਿਵ ਦਾ ਕਰ ਲਓ, ਕੇਅਰਫੁਲ, ਹਾਰਮਫੁਲ, ਪ੍ਰੋਪਰ, ਠੀਕ ਹੈ। ਅਤੇ ਹੋਰ ਆ ਗਿਆ ਤੁਹਾਡਾ ਇਹ ਵਾਲਾ ਮੱਚ, ਠੀਕ ਹੈ, ਇਹ ਯਾਦ ਕਰ ਲਓ। ਇਹਨਾਂ ਦੇ ਮੂਹਰੇ ਕੀ ਲਗਾਉਣਾ ਆਪਾਂ ਨੇ, ਇਹ ਤਾਂ ਮੱਚ, ਮੋਰ, ਮੋਸਟ, ਤਾਂ ਐਵੇਂ ਯਾਦ ਕਰ ਲਓ, ਮੱਚ, ਮੋਰ, ਮੋਸਟ, ਠੀਕ ਹੈ। ਬਾਕੀ ਜੋ ਇਹ ਬਚ ਗਏ ਜਿਨ੍ਹਾਂ ਆਪਾਂ ਹਾਈਲਾਈਟ ਕੀਤੇ ਹੈ, ਇਹਨਾਂ ਦਾ ਸਾਰਿਆਂ ਦੀ ਕੰਪੈਰੇਟਿਵ ਕਿਵੇਂ ਬਣਾਉਣੀ ਹੈ, ਮੋਰ ਲਿਖ ਦਿਓ ਅੱਗੇ ਇਹਨਾਂ ਦੇ ਸਾਰਿਆਂ ਦੇ, ਅਤੇ ਸੁਪਰਲੇਟਿਵ ਕਿਵੇਂ ਬਣੂਗੀ, ਮੋਸਟ ਲਿਖ ਦਿਓ ਸਾਰਿਆਂ ਦੇ ਅੱਗੇ, ਠੀਕ ਹੈ, ਇਹ ਬਣ ਗਈ। ਬਾਕੀ ਜਿਹੜੀਆਂ ਬਚੀਆਂ ਉਹਨਾਂ ਦੇ ਲਾਸਟ 'ਤੇ ਕੀ ਹੈ, ਦੇਖੋ ER, EST ਜਾਂ IER, IEST ਲੱਗੂਗਾ। ਜਿਵੇਂ Y ਆ ਗਿਆ, Y ਵਾਲੇ ਦੇ ਜੋ ਹੈ ਜੇਕਰ Y ਤੋਂ ਪਹਿਲਾਂ ਕੌਨਸੋਨੈਂਟ ਹੈ, ਕੌਨਸੋਨੈਂਟ ਹੈਗੇ ਇੱਥੇ, ਫਿਰ ਤਾਂ Y ਕੱਟ ਕੇ IER ਲਗਾ ਦਿਓ, ਠੀਕ ਹੈ। ਪਰ ਜੇ Y ਤੋਂ ਪਹਿਲਾਂ ਜੋ ਹੈ ਕੌਨਸੋਨੈਂਟ ਨਹੀਂ ਹੈਗਾ ਫਿਰ ER ਲੱਗ ਜਾਊਗਾ ਸਿੱਧਾ, ਠੀਕ ਹੈ। ਅਤੇ ਇੱਕ ਹੋਰ ਧਿਆਨ ਰੱਖਣਾ ਇਹਦੇ ਵਿੱਚ, ਸਿਰਫ ER, EST ਨਹੀਂ ਲੱਗਦਾ, ਕਈ ਲੈਟਰਸ ਜੋ ਡਬਲ ਵੀ ਕਰਨੇ ਪੈਂਦੇ ਆਪਾਂ ਨੂੰ। ਦੇਖੋ ਬਿਗ ਦਾ ਬਿਗਰ, ਇੱਥੇ ਜੀ 2 ਵਾਰ ਲਿਖਿਆ, ਦੇਖੋ ਇਹ ਕਿਉਂ ਲਿਖਿਆ, ਕਿਉਂਕਿ ਲਾਸਟ ਸਾਊਂਡ ਕੌਨਸੋਨੈਂਟ ਹੈ, ਉਸ ਤੋਂ ਪਹਿਲਾਂ ਇੱਕ ਵਾਊਲ ਹੈ, ਤਾਂ ਕਰਕੇ ਡਬਲ ਹੋ ਗਿਆ ਇਹ, ਠੀਕ ਹੈ। ਇਹ ਹੈ ਬਸ, ਇਸ ਤਰ੍ਹਾਂ ਇਹਨਾਂ ਤੁਸੀਂ ਯਾਦ ਕਰ ਲਿਓ, ਕੰਪੈਰੇਟਿਵ ਡਿਗਰੀ ਸਾਰੀ ਪੋਜ਼ੀਟਿਵ ਤੋਂ ਕੰਪੈਰੇਟਿਵ, ਠੀਕ ਹੈ। ਚਲੋ ਅੱਗੇ ਦੇਖਦੇ ਹਾਂ ਆਪਾਂ, ਟਿਕ ਦਾ ਕਰੈਕਟ ਆਪਸ਼ਨ। ਹੀ ਇਜ਼, ਇੱਥੇ ਡਿਗਰੀ ਫਿਲ ਕਰਨੀ ਹੈ, ਹੀ ਇਜ਼ ਡੈਸ਼ ਦੈਨ ਹੀਜ਼ ਬ੍ਰਦਰ। ਹੁਣ ਤੁਸੀਂ ਦੇਖੋ ਇੱਥੇ 2 ਦੀ ਤੁਲਨਾ ਹੋਈ ਹੈ ਨਾ, ਸਿਰਫ 2 ਦੀ, ਅਤੇ ਇਹ ਧਿਆਨ ਰੱਖਣਾ ਦੈਨ ਜਦੋਂ ਆ ਗਿਆ ਨਾ, ਜਿਹੜੀ ਹੈ ਕੰਪੈਰੇਟਿਵ ਡਿਗਰੀ ਯੂਜ਼ ਹੁੰਦੀ ਹੈ ਹਮੇਸ਼ਾ। ਏਬਲਰ ਇਸ ਦੇ ਵਿੱਚ ਕਰੈਕਟ ਆਪਸ਼ਨ ਹੋਊਗਾ। ਈਸ਼ਾਨ ਇਜ਼ ਸਮਾਰਟ ਔਰ ਸਮਾਰਟਰ ਦੈਨ ਯੂ, ਇੱਥੇ ਕੀ ਆ ਗਿਆ, ਸਮਾਰਟਰ ਆ ਗਿਆ, ਕਿਉਂਕਿ 2 ਦੀ ਤੁਲਨਾ, ਦੈਨ ਆ ਗਿਆ ਨਾ, ਇਹ ਧਿਆਨ ਰੱਖਿਓ, ਠੀਕ ਹੈ, ਤਾਂ ਕੰਪੈਰੇਟਿਵ ਡਿਗਰੀ ਲੱਗ ਜੂਗੀ। ਰੋਨ ਇਜ਼ ਦਾ ਬੈਸਟ, ਦੇਖੋ ਇੱਥੇ ਦੈਨ ਨਹੀਂ ਆਇਆ ਹੈਗਾ, ਦੈਨ ਨਹੀਂ ਨਾ ਆਇਆ ਹੈਗਾ, ਠੀਕ ਹੈ। ਅਤੇ ਇੱਕ ਕੰਪੈਰੀਜ਼ਨ ਕੀ ਹੋਈ ਹੈ, ਰੋਹਿਤ ਇਜ਼ ਦਾ ਬੈਸਟ ਬੋਏ ਇਨ ਦਾ ਕਲਾਸ, ਕਲਾਸ ਦੇ ਵਿੱਚ ਸਭ ਤੋਂ ਵਧੀਆ ਲੜਕਾ ਹੈ ਰੋਹਨ। ਰੋਹਨ ਦੀ ਤੁਲਨਾ ਸਾਰੀ ਕਲਾਸ ਨਾਲ ਹੋਊਗੀ ਅਤੇ ਸੁਪਰਲੇਟਿਵ ਡਿਗਰੀ ਲੱਗ ਗਈ। ਇੱਥੇ ਦੇਖੋ ਈਸ਼ਾਨ ਦੀ ਤੁਲਨਾ ਕਿਸ ਨਾਲ ਹੋਈ ਹੈ, ਸੋਨੂ ਨਾਲ ਹੋਈ ਹੈ, ਸਿਰਫ 2 ਬੰਦਿਆਂ ਦੀ ਕੰਪੈਰੀਜ਼ਨ ਹੋਈ ਹੈ, ਤਾਂ ਇੱਥੇ ਜੋ ਹੈ ਕੰਪੈਰੇਟਿਵ ਡਿਗਰੀ ਲੱਗ ਗਈ। ਇੱਥੇ ਵੀ 2 ਦੀ ਕੰਪੈਰੀਜ਼ਨ ਹੋਈ ਹੈ, ਹੀ ਅਤੇ ਹਿਜ਼ ਬ੍ਰਦਰ ਦੀ, ਠੀਕ ਹੈ, ਇਸ ਕਰਕੇ ਇੱਥੇ ਵੀ ਕੰਪੈਰੇਟਿਵ ਡਿਗਰੀ ਲੱਗ ਗਈ। ਇਹ ਯਾਦ ਕਰ ਲਓ ਇਸ ਤਰ੍ਹਾਂ, ਠੀਕ ਹੈ। ਦ ਤਾਜ ਇਜ਼ ਅ ਮੋਰ ਬਿਊਟੀਫੁਲ ਔਰ ਬਿਊਟੀਫੁਲ ਬਿਲਡਿੰਗ, ਕਿਹੜਾ ਦੇਖੋ ਇਸ ਦੇ ਵਿੱਚ ਤਾਜ, ਇਸ ਦੇ ਵਿੱਚ ਕੋਈ ਕੰਪੈਰੀਜ਼ਨ ਨਹੀਂ ਹੋਈ, ਮੋਰ ਬਿਊਟੀਫੁਲ ਨਹੀਂ ਲੱਗੇਗਾ ਇਹਦੇ ਵਿੱਚ, ਇਹਦਾ ਆਨਸਰ ਬੇਟਾ ਬਿਊਟੀਫੁਲ ਹੈ। ਕੀ ਆਨਸਰ ਹੈ, ਬਿਊਟੀਫੁਲ, ਠੀਕ ਹੈ। ਇਹ ਨਹੀਂ ਹੈਗਾ, ਇਹ ਗਲਤ ਹੋ ਗਿਆ, ਇਹ ਜੋ ਹੈ ਤੁਸੀਂ ਨਹੀਂ ਲਗਾਉਣਾ, ਇਹ ਆਨਸਰ ਹੈ ਬਿਊਟੀਫੁਲ, ਕਿਉਂਕਿ ਇੱਥੇ ਦੇਖੋ ਕੋਈ ਕੰਪੈਰੀਜ਼ਨ ਨਹੀਂ। ਦ ਤਾਜ ਇਜ਼ ਅ ਬਿਊਟੀਫੁਲ ਬਿਲਡਿੰਗ, ਤਾਜ ਇੱਕ ਖੂਬਸੂਰਤ ਭਵਨ ਹੈ, ਬਸ
ठीक है, ये नहीं लगाना इत्थे, ध्यान रखियो ये गलत हो गया इत्थे, करैक्ट करनी इसनूं। रवि इज एन मोस्ट एक्टिव और एक्टिव बॉय, रवि इज एन एक्टिव बॉय, सिर्फ रवि की गल हुई है और किस नाल कंपैरिजन हुई, इस करके जो है सिर्फ पहली डिग्री यानी कि पॉजिटिव डिग्री इत्थे लग गई है। ओके, ਅੱਗੇ ਦੇਖੋ ਇਹ ਤਾਂ ਬੁੱਕ ਦੇ ਵਿੱਚੋਂ ਪੁੱਛਿਆ ਗਿਆ ਹੈ, ਤੁਹਾਨੂੰ ਦੱਸਣਾ ਹੈਗਾ ਵੀ ਐਚ ਵਾਲੇ, ਐਚ ਤੋਂ ਸਟਾਰਟ ਹੋਣ ਵਾਲੇ, ਟੀ ਤੋਂ ਸਟਾਰਟ ਹੋਣ ਵਾਲੇ, ਆਰ ਤੋਂ ਸਟਾਰਟ ਹੋਣ ਵਾਲੇ ਇਹ ਵਰਡਸ ਲਿਖਣੇ ਸੀ ਪੋਇਮ 'ਚੋਂ ਦੇਖ ਕੇ ਆਪਾਂ ਨੇ ਲਿਖਤੇ, ਕਾਫੀ ਹੈਗੇ ਦਿੱਤੇ। ਆਰ 'ਤੇ ਸਟਾਰਟ ਹੋਣ ਵਾਲੇ ਰੋਡ 'ਤੇ ਰੈਸਟ ਦਿੱਤਾ ਹੋਇਆ ਬੁੱਕ ਦੇ ਵਿੱਚ ਹੈਗਾ, ਠੀਕ ਹੈ। ਟਵਿਸਟ, ਟੀ 'ਤੇ ਜੋ ਹੈ ਟਵਿਸਟ 'ਤੇ ਟਰਨ ਦਿੱਤਾ ਹੋਇਆ ਪੋਇਮ ਦੇ ਵਿੱਚ। ਐਸ 'ਤੇ ਸੀਮਸ ਵੀ ਹੈਗਾ, ਸਕਸੈਸ ਵੀ ਪੋਇਮ 'ਚ ਹੈਗਾ, ਠੀਕ ਹੈ। ਰੋਡ, ਰੈਸਟ, ਇਸੇ ਤਰ੍ਹਾਂ ਗੋਲ ਅਤੇ ਗੋ, ਇਹ ਸਾਰੇ ਪੋਇਮ ਦੇ ਵਿੱਚੋਂ ਆਪਾਂ ਨੇ ਲਏ ਨੇ। ਉਸ ਤੋਂ ਬਾਅਦ ਰਾਈਟਿੰਗ ਸਕਿੱਲ ਦਾ ਕੋਈ ਕੰਸਰਨ ਇਸ ਵਾਰ ਇੰਨਾ ਹੈ ਨਹੀਂ, ਠੀਕ ਹੈ, ਕਿਉਂਕਿ MCQ ਕਰਨੇ ਨੇ ਆਪਾਂ ਨੇ, ਸਿਰਫ ਆਪਾਂ MCQ ਦੀ ਗੱਲ ਕਰਾਂਗੇ। ਲੈਸਨ ਨੰਬਰ ਆਪਣੇ ਕੋਲ ਆ ਗਿਆ 6ਵਾਂ, ਦੀ ਓਲਡ ਸੇਜ ਐਂਡ ਦਾ ਬ੍ਰਦਰ ਸੇ, ਲਾਸਟ ਲੈਸਨ ਹੈ ਬੇਟਾ। ਦੇਖੋ ਵਰਡ ਮੀਨਿੰਗ ਹੈ ਪਹਿਲੇ ਨੰਬਰ 'ਤੇ ਜਰਨੀ, ਜਰਨੀ ਦਾ ਮਤਲਬ ਹੁੰਦਾ ਬੇਟਾ ਯਾਤਰਾ। ਸਨੈਚਡ ਯਾਨੀ ਕਿ ਖੋਹ ਲਿਆ, ਸਨੈਚ ਹੁੰਦਾ ਖੋਣਾ, ਸਨੈਚਡ ਇਹ ਪਾਸਟ ਫੋਰਮ ਬਣ ਗਈ, ਸੈਕਿੰਡ ਫੋਰਮ ਬਣ ਗਈ, ਇਸ ਦਾ ਮੀਨਿੰਗ ਬਣ ਗਿਆ ਖੋਹ ਲਿਆ। ਪੋਲਟਰੀ ਯਾਨੀ ਕਿ ਮੁਰਗੀ ਪਾਲਣ। ਡਿਨਾਏ ਇਨਕਾਰ ਕਰਨਾ, ਗਰਾਂਟਿਡ ਦਿੱਤਾ ਗਿਆ, ਠੀਕ ਹੈ ਜੀ। ਮੀਨਿੰਗ ਦੇਖੋ ਸੈਂਟੈਂਸ ਬਣਾਉਣੇ ਆ, ਸਮਨਡ ਵਰਡ ਦਾ ਸੈਂਟੈਂਸ ਬਣਾਉਣਾ ਹੈ। ਦ ਫਾਰਮਰ ਸਮਨਡ ਹੀਜ ਸਨ, ਸਮਨ ਦਾ ਮਤਲਬ ਬੁਲਾਉਣਾ, ਸਮਨ, ਸਮਨ ਯਾਨੀ ਕਿ ਬੁਲਾਉਣਾ, ਸਮਨਡ ਸੈਕਿੰਡ ਫੋਰਮ ਹੋ ਗਈ, ਯਾਨੀ ਕਿ ਕਿਸਾਨ ਨੇ ਆਪਣੇ ਪੁੱਤਰਾਂ ਨੂੰ ਬੁਲਾਇਆ। ਮੈਜਿਕ, ਮੈਜਿਕ ਦਾ ਪਤਾ ਹੀ ਤੁਹਾਨੂੰ ਸਾਰਿਆਂ ਨੂੰ, ਜਾਦੂ ਹੁੰਦਾ ਹੈ, ਠੀਕ ਹੈ। ਦ ਸੇਜ ਗੇਵ ਹੈਰੀ ਅ ਮੈਜਿਕ ਸਟਿਕ, ਜੋ ਸਾਧੂ ਸੀ ਉਸਨੇ ਜੋ ਹੈ ਹੈਰੀ ਨੂੰ ਕੀ ਦਿੱਤੀ ਬੇਟਾ, ਇੱਕ ਜੋ ਹੈ ਮੈਜਿਕ ਕਲੋਥ ਦਿੱਤਾ ਸੀਗਾ ਹੈਰੀ ਨੂੰ, ਯਾਦ ਰੱਖਿਓ, ਠੀਕ ਹੈ। ਅਨੋਇਡ ਨਾਰਾਜ਼ ਹੋਣਾ, ਹੈਰੀ ਵੋਜ ਅਨੋਇਡ, ਹੈਰੀ ਨਾਰਾਜ਼ ਹੋ ਗਿਆ, ਠੀਕ ਹੈ, ਜਦੋਂ ਉਸਨੂੰ ਕਲੋਥ ਮਿਲਿਆ ਮੈਜਿਕ ਕਲੋਥ, ਨੂੰ ਪਤਾ ਨਹੀਂ ਸੀ ਵੀ ਇਹ ਮੈਜਿਕ ਕਲੋਥ ਹੈ। ਪ੍ਰੋਮਿਸ ਯਾਨੀ ਕਿ ਵਾਅਦਾ ਕਰਨਾ, ਸੰਦੀਪ ਕੈਪਟ ਹਿਜ ਪ੍ਰੋਮਿਸ, ਸੰਦੀਪ ਨੇ ਆਪਣਾ ਵਾਅਦਾ ਪੂਰਾ ਕੀਤਾ ਸੀ ਉਸਨੇ, ਠੀਕ ਹੈ, ਯਾਦ ਰੱਖਿਓ। ਸੇਜ ਸੈਂਟੈਂਸ ਬਣਾਉਣਾ ਆਪਣੇ, ਦੀ ਓਲਡ ਸੇਜ ਸਮਾਈਲਡ, ਬਜ਼ੁਰਗ ਜੋ ਸੀ ਸਾਧੂ ਜਾਂ ਸੰਤ ਉਹ ਕੀ ਹੈ ਮੁਸਕਰਾਇਆ, ठीक है। इस सेंटेंसिस बन गया। अगे देखो जी, मैच द वर्ड्स गिवन इन कॉलम ए भी मैचिंग करनी है। रिच फार्मर कौन सी, देखो 3 लेजी सन्स, ठीक है। उसके रिच फार्मर जेडे सी उसके 3 सुस्त जो है पुत्र सन। हैरी, हैरी नूं की मिलिया सी मैजिक क्लोथ, याद रखियो ये ऑब्जेक्टिव टाइप MCQ आउणगे इहदे विचों पक्का। रमन, रमन कौन सी, अ पीस ऑफ स्टिक, ये सीगा भी रमन नूं स्टिक मिली सी, ठीक है, छड़ी मिली सी, एक छड़ी का एक पीस। संदीप, संदीप नूं की मिलिया सी रोप, एक रस्सी मिली सी, याद रखियो इसनूं, ठीक है। RS संदीप, S ते संदीप है, R ते रोप, एवें याद रखो, RS रोप संदीप, एवें याद कर लियो, ठीक है। तो इधर याद रखो तुसीं रमन नूं जो है स्टिक सी, तो इधर आ गया जी ओल्ड सेज बजुर्ग संत, ग्रांटिड विसिज यानी कि उसने इच्छावां पूरियां कीतियां सन, ये याद कर लो, ठीक है बेटा। अगे देखो, आंसर द फॉलोइंग क्वेश्चंस इन वन सेंटेंस। हू समनड हीज 3 लेजी सन्स, एक शब्द दे विच या एक वर्ड दे विच आंसर करना है। किसने अपने पुत्रों को बुलाया, आंसर है रिच फार्मर, अमीर किसान ने बुलाया। वट वर द नेम्स ऑफ द 3 सन्स, नाम की सी उन्होंने, ये नाम याद रखियो पक्का, पेपर च पूछे जा सकते हैं बिल्कुल। हैरी सी नाम, रमन सी ते संदीप सी, ये नाम सी उन्होंने। उस तो बाद है वट वॉज द सैकेंड विश ऑफ हैरी, हैरी की दूजी इच्छा की सी 10 काउज, भी मैनू 10 गावां मिल जाने चाहिए ने। वट डिड द सेज गिव रमन, रमन नूं की दिता सेज ने, आप पिछे मैचिंग करके हटे हैं, पीस ऑफ स्टिक दिता सी। उस तो बाद हू डिडंट ब्रेक हिज प्रॉमिस, अपना वादा किसने नहीं तोड़िया, इसका आंसर सी बेटा संदीप, संदीप ने नहीं तोड़िया सी। बाकी जोड़े 2 सीगे हैरी ते रमन, उन्होंने वादा तोड़ता सी। अगे देखो बेटा, पार्टिसिपल, ये नॉन फाइनाइट वर्ब है, फाइनाइट वर्ब एंड नॉन फाइनाइट वर्ब फिल करने ने आपां ने, ठीक है। ये नॉन फाइनाइट वर्ब्स के तीन टाइप होंगे बेटा, पार्टिसिपल्स होंगे, इनफाइनाइट होंगे, जीरन होंगे। आप ज़्यादा डिटेल च नहीं जावां क्योंकि वीडियो बहुत लंबी बन जाएगी फिर, ठीक है। मैं सिर्फ आंसर तुहानूं दस देना इत्थे। ही प्रोमिस्ड टू कम, टू कम की है बेटा, इनफिनिटिव है ये, ठीक है। इनफिनिटिव देख लो जिहदे नाल टू लग्या होया वर्ब दी फस्ट फॉर्म नाल, या कल्ली फस्ट फॉर्म यूज होई जाओ इनफिनिटिव होऊगा, इन्ना दस दिंदे मैं तुहानूं, ठीक है। तो ING फॉर्म एज ए नाउन आ गई होवे तां ओह जीरन हुंदा बेटा, एज ए नाउन जो ING फॉर्म आती है वह जीरन है। स्विमिंग इज़ अ गुड एक्सरसाइज, ठीक है, तैरना एक चंगी कसरत है, चंगा अभ्यास है। हुण यानी कि एक्सरसाइज का नाम है स्विमिंग, ठीक है, ING फॉर्म लगी है, एज ए नाउन यूज हो रहा तो जीरन है। इनफिनिटिव की होंगे जो टू लग्या नाल जां वर्ब दी फस्ट फॉर्म आई हुई है, ठीक है, उसनूं जो आपां की कहांगे इनफिनिटिव कहांगे, ठीक है। हुण देखो इहदे विच टू नाल और ये भी टू नाल फस्ट फॉर्म लग गई, की हो गया इनफिनिटिव हो गया, एवें याद कर लो, ठीक है। अगे देखो, माई मदर लव्स कुकिंग, कुकिंग देखो ING लग गया, जीरन हो गया, ठीक है।
ही इज़ टू वीक टू वॉक लग गया, की हो गया, इन्फिनेटिव हो गया। यानी कि ING वाले जो है जीरेंड है ਜਾਂ ਪਾਰਟੀਸੀਪਲ ਹੋ ਸਕਦਾ ਹੈ, ਠੀਕ ਹੈ। ਅਤੇ ਟੂ ਨਾਲ ਫਸਟ ਫਾਰਮ ਤੇ ਫਸਟ ਫਾਰਮ ਉਹ ਕੀ ਹੋਊਗਾ, ਇਨਫਿਨਿਟਿਵ ਹੋਊਗਾ। ਚਲੋ ਜੀ, ਪਿਕ ਆਊਟ ਇਨਫਿਨਿਟਿਵ ਇਨ ਦਾ ਫੋਲੋਇੰਗ ਸੈਂਟੈਂਸਿਸ। ਹੁਣ ਇਨਫਿਨਿਟਿਵ ਪਿਕ ਕਰਨੇ ਆਪਣੇ, ਦੇਖੋ ਈਜੀ ਹੋ ਗਿਆ ਬਿਲਕੁਲ। ਟੂ ਹੈਲਪ ਫਸਟ ਫਾਰਮ ਹੈ, ਡਾਂਸ ਇਹ ਟੂ ਨਾਲ ਫਸਟ ਫਾਰਮ ਹੈ, ਇਹ ਇਕੱਲੀ ਫਸਟ ਫਾਰਮ ਹੈ। ਟੂ ਪਲੀਜ਼ ਖੁਸ਼ ਕਰਨਾ, ਇਹ ਟੂ ਨਾਲ ਫਸਟ ਫਾਰਮ ਆ ਗਈ। ਰਿਪੀਟ ਓਨਲੀ ਫਸਟ ਫਾਰਮ ਆ ਗਈ, ਇਹ ਵੀ ਜੋ ਹੈ ਇਨਫਿਨਿਟਿਵ ਹੋ ਗਿਆ। ਤੇ ਟੂ ਚੀਟ ਇਹ ਟੂ ਨਾਲ ਫਸਟ ਫਾਰਮ ਆ ਗਈ, ਇਹ ਵੀ ਇਨਫਿਨਿਟਿਵ ਹੈ। ਸਾਰੇ ਸਮਝ ਆ ਗਏ ਨਾ, ਹੁਣ ਕਰ ਲਓਗੇ। ਅੱਗੇ ਦੇਖੋ, ਐਨਸਰਕਲ ਦਾ ਜੀਰੈਂਟਸ ਇਨ ਦਾ ਫੋਲੋਇੰਗ ਸੈਂਟੈਂਸਿਸ। ਜੀਰੈਂਟ ਐਨਸਰਕਲ ਕਰਨਾ ਹੈ। ਇਹ ਸਟੀਲਿੰਗ ਇਜ਼ ਅ ਕ੍ਰਾइम, ठीक है। चोरी करना एक अपराध है, अपराध का नाम है, कि अपराध, स्टीलिंग, चोरी, ठीक है। आई एंजॉय रीडिंग, पढ़ना, पढ़ाई यानी पोइट्री पढ़ना मैंने ठीक लगता, इंजॉय करता मैं उसनूं। सो उस तो बाद ING राइडिंग, प्लेइंग, कलैक्टिंग, ये सारे वर्ड्स की ने बेटा, सारे ये ने की ने जीरेंड ने, ठीक है। चलो उम्मीद करता समझ भी आई होगी। ਅੱਗੇ ਚੱਲੋ ਆਪਾਂ ਕਰਦੇ ਹਾਂ ਜੀ ਫਿਲ ਇਨ ਦਾ ਬਲੈਂਕਸ ਵਿਦ ਦ ਕਰੈਕਟ ਜੀਰੈਂਡ ਫਿਲ ਕਰਨਾ ਬੇਟਾ, ਔਰ ਇਨਫਿਨਿਟਿਵ ਫਿਲ ਕਰਨਾ ਹੈ, ਠੀਕ ਹੈ। ਉਹ ਆਪਾਂ ਨੂੰ ਦਿੱਤੇ ਹੋਏ ਨੇ ਵਰਬਸ, ਦਿੱਤੀਆਂ ਹੋਈਆਂ ਨੇ ਵਰਕ ਹੈ, ਵੌਕ, ਗੈਟ, ਸ਼ੌਪ, ਕ੍ਰਿਟੀਸਾਈਜ਼, ਇਹ ਦਿੱਤੀਆਂ ਹੋਈਆਂ ਨੇ ਵਰਬਸ। ਇਹਨਾਂ ਦੇ ਬੇਸਿਸ 'ਤੇ ਆਪਾਂ ਨੇ ਫਿਲ ਕਰਨੇ ਇੱਥੇ। ਆਈ ਇੰਜੋਏ ਸ਼ੌਪਿੰਗ ਆਏਗਾ ਪਹਿਲੇ 'ਚ, ਠੀਕ ਹੈ। ਸ਼ੀ ਵਾਜ਼ ਟੂ ਟਾਇਰਡ ਟੂ ਵਰਕ ਆਏਗਾ, ਟੂ ਗੈਟ ਆ ਗਿਆ, ਟੂ ਕ੍ਰਿਟੀਸਾਈਜ਼ ਆ ਗਿਆ, ਵੋਕਿੰਗ ਆ ਗਿਆ। ਇਹ ਜੀਰੈਂਡ ਅਤੇ ਇਨਫਿਨਿਟਿਵ ਆਪਾਂ ਨੇ ਫਿਲ ਕਰਤੇ। ਚਲੋ ਜੀ ਅੱਗੇ ਵਕੈਬ ਦੇ ਵਿੱਚ ਅੱਗੇ ਦੇਖੋ, ਇਹ ਮੈਚ ਕਰਨਾ ਬੇਟਾ ਤੁਸੀਂ ਨੇ। ਜਿਵੇਂ ਡਿਨਾਏ ਨਾਲ ਕੀ ਮੈਚ ਹੋ ਗਿਆ, ਇਹ ਪਹਿਲਾਂ ਹੀ ਕੀਤਾ ਹੋਇਆ ਸੀ ਬੁੱਕ ਦੇ ਵਿੱਚ, ਡਿਨਾਇਲ। ਇਸ ਤਰ੍ਹਾਂ ਪ੍ਰਪੋਜ਼ ਨਾਲ ਕੀ ਹੋ ਗਿਆ, ਪ੍ਰਪੋਜ਼ਲ ਨਾਲ ਮੈਚ ਕਰਾਂਗੇ ਇਸ ਨੂੰ। ਡਿਸਾਈਡ ਦਾ ਕੀ ਹੋ ਗਿਆ, ਡਿਸੀਜ਼ਨ। ਅਮਿਊਜ਼ਮੈਂਟ। ਦੈਨ ਮੂਵ ਦਾ ਕੀ ਬਣ ਜਾਏਗਾ, ਮੂਵਮੈਂਟ ਨਾਲ ਮੈਚ ਹੋਏਗਾ। ਬਲੀਫ, ਧਿਆਨ ਰੱਖੋ F ਆ ਜਾਏਗਾ ਹੁਣ, VE ਕੱਟ ਕੇ। ਗਰੋ ਦਾ ਹੋ ਗਿਆ ਗਰੋਥ। ਰਿਵਾਈਜ਼ ਦਾ ਬਣ ਗਿਆ, ਹੋ ਗਿਆ ਬੇਟਾ ਰਿਵੀਜ਼ਨ ਬਣ ਗਿਆ। ਅਤੇ ਉਸ ਤੋਂ ਬਾਅਦ ਆਪਣੇ ਕੋਲ ਆ ਗਿਆ ਐਡਵਾਈਜ਼ ਜੋ ਹੈ ਕੀ ਆ ਗਿਆ, ਐਡਵਾਈਜ਼ ਦਾ ਦੇਖੋ ਆਪਣੇ ਕੋਲ ਆ ਗਿਆ ਬੇਟਾ ਐਡਵਾਈਜ਼ ਦਾ ਐਡਵਾਈਸ। ਇਹ ਧਿਆਨ ਰੱਖਣਾ, ਇੱਥੇ S ਹੈ, ਇੱਥੇ C ਕਰ ਦੇਣਾ ਆਪਾਂ ਨੇ, ਠੀਕ ਹੈ। ਸਮਝ ਆਈ ਗੱਲ। ਅੱਗੇ ਚਲੋ, ਇਸੇ ਤਰ੍ਹਾਂ ਅਟੈਂਡ ਦਾ ਆ ਗਿਆ ਬੇਟਾ ਅਟੈਂਸ਼ਨ ਜਾਂ ਅਟੈਂਡੈਂਸ ਵੀ ਹੋ ਸਕਦਾ ਸੀ, ਹੈ ਨਾ। ਅਤੇ ਮੈਰੀ ਦਾ ਬੇਟਾ ਹੋ ਗਿਆ ਮੈਰੀਜ, ਲਿਖ ਲਿਓ। ਡਿਫਰ ਤੋਂ ਬਣ ਗਿਆ ਡਿਫਰੈਂਸ, ਕਲੀਅਰ। ਅੱਗੇ ਦੇਖੋ, ਇਹ ਜੋ ਹੈ ਰਾਈਟਿੰਗ ਦੇ ਸਪੀਕਿੰਗ ਸਕਿੱਲ ਆਪਾਂ ਨਹੀਂ ਕਰ ਰਹੇ ਹਾਂ, ਇਹ ਤੁਸੀਂ ਆਪਣੇ ਆਪ ਕਰ ਲਿਓ। ਬਾਅਦ ਦੇ ਵਿੱਚ ਲਿਸਨਿੰਗ ਦਾ ਆਪਾਂ ਜ਼ਰੂਰ ਕਰਾਂਗੇ, ਠੀਕ ਹੈ, ਕਿਉਂਕਿ ਇਹ ਲੈਸਨ ਵਿੱਚੋਂ ਹੈ। ਹੂ ਸੈਟ ਆਊਟ ਔਨ ਹਿਜ ਜਰਨੀ, ਆਪਣੀ ਯਾਤਰਾ 'ਤੇ ਕੌਣ ਗਿਆ ਸੀ, ਯਾਤਰਾ ਕਿਸ ਨੇ ਸ਼ੁਰੂ ਕੀਤੀ ਸੀ, ਦੀ ਓਲਡ ਸੇਜ, ਲੈਸਨ, ਠੀਕ ਹੈ, ਉਸ ਦੇ ਵਿੱਚੋਂ ਹੀ ਹੈ ਇਹ। ਸਾਧੂ ਨੇ ਆਪਣੀ ਯਾਤਰਾ ਸ਼ੁਰੂ ਕੀਤੀ। ਉਸ ਤੋਂ ਬਾਅਦ ਕੁਐਸਚਨ ਹੈ, ਡੈਸ਼ ਵੈਂਟ ਟੂ ਹਿਜ ਬ੍ਰਦਰਸ, ਆਪਣੇ ਭਰਾਵਾਂ ਕੋਲ ਕੌਣ ਗਿਆ ਸੀ, ਸੰਦੀਪ ਗਿਆ ਸੀ ਮਿਲਣ ਵਾਸਤੇ, ਵੀ ਦੇਖਦੇ ਹਾਂ ਕਿਵੇਂ ਨੇ ਉਹ, ਠੀਕ ਹੈ। ਡਿਡ ਹੀ ਫਾਈਂਡ ਹਿਜ ਬ੍ਰਦਰ, ਕੀ ਉਸਨੂੰ ਉਸਦੇ ਭਰਾ ਮਿਲੇ, ਕੋਈ ਭਰਾ ਮਿਲਿਆ ਉਸਨੂੰ, ਨੋ, ਨਹੀਂ ਮਿਲਿਆ। ਕਿਉਂ ਨਹੀਂ ਮਿਲਿਆ, ਕਿਉਂਕਿ ਉਹਨਾਂ ਨੇ ਪ੍ਰੋਮਿਸ ਤੋੜਤਾ ਸੀ ਅਤੇ ਉਹਨਾਂ ਦਾ ਸਾਰਾ ਕੁਝ ਗਾਇਬ ਹੋ ਗਿਆ ਫਿਰ, ਠੀਕ ਹੈ। ਸਾਧੂ ਨੇ ਕਿਹਾ ਸੀ ਪ੍ਰੋਮਿਸ ਨਹੀਂ ਤੋੜਨਾ ਹੈਗਾ, ਨੀਡੀ ਦੀ ਹੈਲਪ ਕਰਨੀ ਹੈ, ਪਰ ਉਹਨਾਂ ਨੇ ਨਹੀਂ ਕੀਤੀ ਅਤੇ ਉਹ ਗਾਇਬ ਹੋ ਗਏ ਸੀਗੇ। ਦਾ ਬ੍ਰਦਰ ਡਿਡ ਨੋਟ ਹੈਲਪ, ਬ੍ਰਦਰ ਨੇ ਹੈਲਪ ਨਹੀਂ ਕੀਤੀ ਕਿਸ ਦੀ, ਦਾ ਪੂਅਰ, ਗਰੀਬਾਂ ਦੀ। ਉਸ ਤੋਂ ਬਾਅਦ ਹੂ ਵੋਜ ਐਜ ਗੁੱਡ ਐਜ ਹਿਜ ਵਰਡ, ਆਪਣੇ ਸ਼ਬਦਾਂ ਦੀ ਤਰ੍ਹਾਂ ਚੰਗਾ ਕੌਣ ਸੀ, ਸੰਦੀਪ। ਇਸ ਦਾ ਮਤਲਬ ਇਹ ਹੈ ਨਹੀਂ ਕਿ ਵਾਅਦਾ ਪੂਰਾ ਕਰਨ ਵਾਲਾ ਕੌਣ ਸੀ, ਉਹ ਸੀ ਸੰਦੀਪ, ਯਾਦ ਰੱਖਿਓ, ਠੀਕ ਹੈ। ਉਸ ਤੋਂ ਬਾਅਦ ਦੇਖੋ, ਇਹ ਬੁੱਕ ਬੇਸਡ ਨਹੀਂ ਹੈਗਾ, ਪਰ ਹੈਗਾ ਸੀ, ਇਹ ਆਡੀਓ ਕਲਿੱਪ ਇਸ ਦੀ ਹੈਗੀ ਹੈ। ਇਸ ਦੇ ਆਨਸਰਸ ਮੈਂ ਤੁਹਾਨੂੰ ਦੱਸਾਂ। ਨਿਊਜ਼ਪੇਪਰਸ ਆਰ ਅ ਗੁੱਡ ਸੋਰਸ ਆਫ ਇਨਫੋਰਮੇਸ਼ਨ, ਜੋ ਅਖਬਾਰ ਨੇ ਉਹ ਇੱਕ ਜੋ ਹੈ ਚੰਗਾ ਸੋਰਸ ਨੇ ਇਨਫੋਰਮੇਸ਼ਨ ਦਾ, ਸੂਚਨਾ ਦਾ। ਦੇ ਟੈਲ ਅਸ ਬਟ ਹੈਜ਼ ਹੈਪਨਡ ਇਨ ਦਾ ਵਰਲਡ, ਉਹ ਸਾਨੂੰ ਦੱਸਦੇ ਨੇ ਕਿ ਦੁਨੀਆ ਵਿੱਚ ਕੀ ਵਾਪਰਦਾ ਹੈ, ਠੀਕ ਹੈ। ਦ ਨਿਊਜ਼ ਕੈਟਰਸ ਟੂ ਆਲ ਇੰਟਰਸਟ, ਹਰ ਤਰ੍ਹਾਂ ਦੀ ਜੋ ਹੈ ਉਸ ਦੇ ਵਿੱਚ ਨਿਊਜ਼ ਮਿਲਦੀ ਹੈ। ਉਸ ਤੋਂ ਬਾਅਦ ਹੈ ਗਿਆ ਵਿਊਜ਼ ਬਟ ਵਿਊਜ਼, ਦੇ ਆਫਰ ਯੂ ਨਾਟ ਓਨਲੀ ਵਿਊਜ਼ ਬਟ ਨਾਟ ਓਨਲੀ ਨਿਊਜ਼ ਹੋਊਗਾ ਇੱਥੇ, ਬਟ ਵਿਊਜ਼ ਆਲਸੋ, ਠੀਕ ਹੈ। ਉਸ ਤੋਂ ਬਾਅਦ ਹੈਗਾ ਨਿਊਜ਼ ਪੇਪਰਸ ਹੈਵ ਬਿਕਮ ਐਨ ਇੰਪੋਰਟੈਂਟ ਪਾਰਟ ਆਫ ਮੋਡਰਨ ਲਾਈਫ, ਅੱਜ ਦਾ ਜੋ ਆਧੁਨਿਕ ਯੁੱਗ ਹੈ ਉਸ ਦਾ ਇੰਪੋਰਟੈਂਟ ਪਾਰਟ ਬਣ ਗਏ ਨੇ ਆਪਣੇ ਜੋ ਨਿਊਜ਼ ਪੇਪਰਸ ਨੇ, ਠੀਕ ਹੈ ਬੇਟਾ। ਇਹ ਸੀ ਕਿ ਤੁਹਾਡੀ ਵਰਕ ਬੁੱਕ ਬਿਲਕੁਲ ਕੰਪਲੀਟ ਹੋ ਗਈ ਹੈ। ਦੋਨੋਂ ਵੀਡੀਓਜ਼ ਦੇਖ ਲੈਣਾ, ਪਾਰਟ 1 ਅਤੇ 2, ਠੀਕ ਹੈ, ਤਾਂ ਕਿ ਤੁਹਾਨੂੰ ਸਾਰਾ ਕੁਝ ਕਲੀਅਰ ਹੋ ਜਾਏ। ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇਖਣ ਲਈ ਜੋ ਹੈ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਅਤੇ ਬਣੇ ਰਹਿਣਾ ਮੇਰੇ ਨਾਲ। ਤੁਹਾਨੂੰ ਹੋਰ ਵੀ ਬਹੁਤ ਕੁਝ ਇਸ ਚੈਨਲ 'ਤੇ ਸਿੱਖਣ ਨੂੰ ਮਿਲੇਗਾ। ਇੰਗਲਿਸ਼ ਵੀ ਸਿੱਖ ਸਕਦੇ ਹੋ, SST ਦੀ, ਨੈਸ ਦੀ ਬੁੱਕਲੈਟ ਵਗੈਰਾ ਸਾਰੀਆਂ ਸੋਲਵ ਕੀਤੀਆਂ ਹੋਈਆਂ ਇਸ ਚੈਨਲ 'ਤੇ ਪਈਆਂ ਨੇ, ਉੱਥੋਂ ਤੁਸੀਂ ਦੇਖ ਸਕਦੇ ਹੋ, ਠੀਕ ਹੈ ਬੇਟਾ। ਥੈਂਕ ਯੂ ਵੈਰੀ ਮੱਚ, ਬਾਏ ਬਾਏ।